ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਮੈਂ ਹਰਸ਼ਰਨ ਕੌਰ। ਅਕਤੂਬਰ ਮਹੀਨੇ ਵਿੱਚ ਕੀ ਖੁੱਲੂਗਾ, ਕੀ ਬੰਦ ਰਹੂਗਾ, ਕਿਸਾਨਾਂ ਦੀ ਮੁੱਖ ਮੰਤਰੀ ਦੇ ਨਾਲ ਬੈਠਕ ਦੇ ਵਿੱਚ ਅੱਜ ਕੀ ਹੋਇਆ, ਸੁਖਬੀਰ ਬਾਦਲ ਤੇ ਕੈਪਟਨ ਇਹ ਦੋਵੇਂ ਤਾਂ ਮੇੜੋ ਮੇਣੀ ਹੋ ਹੀ ਰਹੇ ਨੇ। ਹੁਣ ਮਜੀਠੀਆ ਨੇ ਕੀ ਕਹਿ ਦਿੱਤਾ ਹੈ ਕੈਪਟਨ ਸਾਹਿਬ ਤੇ ਮੋਦੀ ਨੂੰ ਲੈ ਕੇ, ਕਿਸਾਨਾਂ ਨੇ ਕਿਹੜੀਆਂ ਚੀਜ਼ਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਕਿਸਾਨਾਂ ਤੇ ਗਾਇਕਾਂ ਦੀ ਨਵੀਂ ਕਮੇਟੀ ਬਣ ਗਈ ਹੈ, ਕਿਹੜੇ ਐਲਾਨ ਹੋਏ ਨੇ ਅਤੇ ਭਾਰਤ ਤੇ ਦੁਨੀਆ ਦੀਆਂ ਵੀ ਅੱਜ ਕਈ ਅਹਿਮ ਖਬਰਾਂ ਨੇ। ਸੁਮੇਧ ਸੈਣੀ ਨੂੰ ਵੀ ਕੱਲ ਮੁੜ ਥਾਣੇ ਸੱਦ ਲਿਆ, ਮੋਹਾਲੀ ਦੇ ਮਟੌਰ ਥਾਣੇ ਦੇ ਵਿੱਚ। ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ। ਤੇ ਪਰ ਕਰੋਨਾ ਵਾਇਰਸ ਦੀ ਅਪਡੇਟ ਤੋਂ ਪਹਿਲਾਂ ਇੱਕ ਹੋਰ ਜਿਹੜੀ ਜਾਣਕਾਰੀ ਉਹ ਆਪਾਂ ਤੁਹਾਨੂੰ ਸਾਂਝੀ ਕਰਦੇ ਹਾਂ ਕਿ ਸਕੂਲ ਖੋਲ੍ਹਣ ਬਾਰੇ ਅਨਲੌਕ 5 ਹੈ ਜਿਹੜਾ, ਉਹਦੇ ਵਿੱਚ ਕੀ ਕਿਹਾ ਸੀ ਕੇਂਦਰ ਸਰਕਾਰ ਨੇ, ਕਿਉਂਕਿ ਕੱਲ ਨੂੰ 30 ਸਤੰਬਰ ਹੈ ਤੇ ਕੱਲ ਨੂੰ ਅਨਲੌਕ 4 ਖਤਮ ਹੋ ਰਿਹਾ ਹੈ, ਪਰਸੋਂ ਤੋਂ ਅਨਲੌਕ 5 ਚਾਲੂ ਹੋ ਜਾਣਾ ਹੈ। ਇਹਦੇ ਦੌਰਾਨ ਬੜਾ ਹੀ ਅਹਿਮ ਸਵਾਲ ਹੈ, ਲੋਕਾਂ ਦੇ ਮਨ ਦੇ ਵਿੱਚ ਉੱਠ ਰਿਹਾ ਹੈ ਕਿ 5ਵੇਂ ਪੜਾਅ ਵਿੱਚ ਕੀ ਕੁਝ ਖੋਲ੍ਹਿਆ ਜਾ ਸਕਦਾ ਹੈ। ਸਭ ਤੋਂ ਵੱਡਾ ਸਵਾਲ ਹੈ ਸਕੂਲਾਂ ਨੂੰ ਲੈ ਕੇ, ਕਾਲਜਾਂ ਨੂੰ ਲੈ ਕੇ, ਯਾਨੀ ਕਿ ਸਾਰੇ ਵਿਦਿਅਕ ਅਦਾਰਿਆਂ ਨੂੰ ਲੈ ਕੇ। ਸਰਕਾਰ ਨੇ ਆਪਣੇ ਪਿਛਲੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਸੀ ਕਿ ਅਕਤੂਬਰ ਦੇ ਵਿੱਚ ਸਕੂਲ, ਕਾਲਜ, ਸਾਰੇ ਵਿਦਿਅਕ ਅਦਾਰੇ ਖੋਲ੍ਹੇ ਜਾ ਸਕਦੇ ਨੇ, ਪਰ ਮਾਪਿਆਂ ਦੇ ਕੰਸੈਂਟ ਦੇ ਨਾਲ, ਜਾਂ ਫਿਰ ਸੂਬਾ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਇਹ ਫੈਸਲਾ ਲੈਣਗੀਆਂ। ਸੋ ਹੁਣ ਕੇਂਦਰ ਸਰਕਾਰ ਨਵੀਆਂ ਗਾਈਡਲਾਈਨਸ ਦੇ ਵਿੱਚ ਕੀ ਦੱਸੇਗਾ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਿਆ। ਹੁਣ ਕਦੋਂ ਵੀ ਨੋਟੀਫਿਕੇਸ਼ਨ ਹੈ ਜਿਹੜਾ ਉਹ ਸਰਕਾਰ ਦਾ ਆ ਸਕਦਾ ਹੈ। ਦੁਸਹਿਰਾ, ਦੀਵਾਲੀ ਤੋਂ ਪਹਿਲਾਂ ਕੀ ਖੁੱਲ੍ਹਣ ਦੇ ਅਸਾਰ ਨੇ, ਇਹ ਵੱਡਾ ਸਵਾਲ ਬਣਿਆ ਹੋਇਆ, ਕਿਉਂਕਿ ਅਕਤੂਬਰ ਮਹੀਨੇ ਦੇ ਵਿੱਚ ਇਹ ਤਿਉਹਾਰ ਆਉਂਦੇ ਨੇ। ਹੁਣ ਤੱਕ ਦੀਆਂ ਗਾਈਡਲਾਈਨਸ ਦੇ ਵਿੱਚ ਜਨਤਕ ਥਾਵਾਂ ਜਿਵੇਂ ਮਾਲ, ਸੈਲੂਨ, ਰੈਸਟੋਰੈਂਟ, ਜਿਮ ਪਿਛਲੇ ਪੜਾਵਾਂ 'ਚ ਖੋਲ੍ਹ ਦਿੱਤੇ ਗਏ ਸੀ, ਪਰ ਸਿਨੇਮਾ ਹਾਲ, ਸਵਿਮਿੰਗ ਪੂਲ, ਮਨੋਰੰਜਨ ਪਾਰਕ ਇਹ ਹਾਲੇ ਤੱਕ ਨਹੀਂ ਖੁੱਲ੍ਹੇ। ਜਨਤਕ ਸਮਾਗਮ ਲਈ ਵੀ ਕੋਈ ਇਜਾਜ਼ਤ ਹਾਲੇ ਤੱਕ ਨਹੀਂ ਦਿੱਤੀ ਜਾਂਦੀ। ਕਾਲਜ ਨਹੀਂ ਖੋਲ੍ਹੇ ਗਏ, ਸਕੂਲਾਂ ਨੂੰ ਵੀ ਅੰਸ਼ਿਕ ਤੌਰ ਤੇ ਖੋਲ੍ਹਣ ਦੀ ਆਗਿਆ ਜਿਹੜੀ ਉਹ ਦਿੱਤੀ ਗਈ ਹੈ। ਸੋ ਉਡੀਕ ਕਰ ਰਹੇ ਹਾਂ ਕਿ ਕਦੋਂ ਸਰਕਾਰ ਦੀਆਂ ਨਵੀਆਂ ਗਾਈਡਲਾਈਨਸ ਆਉਣਗੀਆਂ ਤੇ ਅਸੀਂ ਤੁਹਾਨੂੰ ਤੁਰੰਤ ਉਹ ਗਾਈਡਲਾਈਨਸ ਦੇ ਬਾਰੇ ਜਾਣਕਾਰੀ ਦੇਵਾਂਗੇ। ਹੁਣ ਕਰੋਨਾ ਵਾਇਰਸ ਦੀ ਅਪਡੇਟ ਜਾਣ ਲੈਂਦੇ ਹਾਂ ਪੰਜਾਬ, ਭਾਰਤ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਤੋਂ ਪਹਿਲਾਂ। ਪੰਜਾਬ ਦੇ ਹਾਲਾਤ ਦੇਖੀਏ ਤਾਂ ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਹੈ ਜਿਹੜੀ ਉਹ 3300 ਤੱਕ ਪਹੁੰਚ ਗਈ ਹੈ। ਐਕਟਿਵ ਕੇਸ ਸੂਬੇ ਦੇ ਵਿੱਚ ਘਟੇ ਨੇ। ਆਪਾਂ ਕੱਲ ਗੱਲ ਕੀਤੀ ਸੀ ਕਿ 20,000 ਦੇ ਨੇੜੇ ਪਹੁੰਚ ਗਏ ਨੇ, ਪਰ ਹੁਣ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਹੁਣ ਐਕਟਿਵ ਕੇਸ ਨੇ ਜਿਹੜੇ ਉਹਨਾਂ ਦੀ ਗਿਣਤੀ 18,000 ਤੱਕ ਰਹਿ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 90,000 ਦਾ ਅੰਕੜਾ ਪਾਰ ਕਰ ਗਈ ਹੈ ਤੇ ਕੁੱਲ ਪੋਜ਼ਿਟਿਵ ਮਰੀਜ਼ ਨੇ ਜਿਹੜੇ ਸੂਬੇ ਦੇ ਵਿੱਚ ਉਹ 1,11,000 ਨੂੰ ਪਾਰ ਕਰ ਗਏ ਨੇ। ਪੂਰੇ ਭਾਰਤ ਦੀ ਗੱਲ ਕਰ ਲਈਏ ਤਾਂ ਜਿਹੜੇ ਪੂਰੇ ਭਾਰਤ ਦੇ ਵਿੱਚ ਹੁਣ ਐਕਟਿਵ ਕੇਸ ਨੇ, ਯਾਨੀ ਕਿ ਐਕਚੁਅਲ ਮਰੀਜ਼ ਨੇ ਜਿਹੜੇ ਉਹ ਰਹਿ ਗਏ ਨੇ 9,47,576। ਠੀਕ ਹੋਣ ਵਾਲਿਆਂ ਦੀ ਗਿਣਤੀ ਹੈ ਜਿਹੜੀ ਉਹ ਕਾਫੀ ਵਧੀਆ, 51,01,397 ਤੇ ਮੌਤਾਂ ਦੀ ਗਿਣਤੀ 96,318 ਹੈ। ਜੇ ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ ਦੁਨੀਆ ਭਰ ਦੇ ਵਿੱਚ ਮੌਤਾਂ ਦੀ ਗਿਣਤੀ ਹੈ ਜਿਹੜੀ ਉਹ 1 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ, ਯਾਨੀ ਕਿ 10 ਲੱਖ ਤੱਕ ਪਹੁੰਚ ਗਈ ਹੈ। ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 2 ਕਰੋੜ 32 ਲੱਖ ਟੱਪ ਗਈ ਹੈ ਤੇ ਕੁੱਲ ਕੇਸ ਨੇ ਜਿਹੜੇ ਉਹ ਪੂਰੀ ਦੁਨੀਆ ਦੇ ਵਿੱਚ ਇਸ ਵਕਤ 3 ਕਰੋੜ 34 ਲੱਖ ਦੇ ਕਰੀਬ ਨੇ। ਪੰਜਾਬ ਦੀਆਂ ਅਹਿਮ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਕਿਸਾਨ ਜਥੇਬੰਦੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ। 29 ਸਤੰਬਰ ਨੂੰ ਸਵੇਰੇ ਬੈਠਕ ਹੋਈ। ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਲੀਡਰਾਂ ਨੂੰ ਭਰੋਸਾ ਦਿੱਤਾ ਕਿ ਹਫ਼ਤੇ ਦੇ ਅੰਦਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਤਿੰਨੇ ਖੇਤੀ ਬਿੱਲ ਜਿਹੜੇ ਕਿ ਹੁਣ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ ਕਾਨੂੰਨ ਬਣ ਚੁੱਕੇ ਨੇ ਅਤੇ ਬਿਜਲੀ ਐਕਟ 2020 ਉਸ ਨੂੰ ਰੱਦ ਕਰ ਦਿੱਤਾ ਜਾਵੇਗਾ। ਯਾਨੀ ਕਿ ਇੱਕ ਹਫ਼ਤੇ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ ਕੈਪਟਨ ਸਰਕਾਰ। ਇਹ ਕੈਪਟਨ ਸਾਹਿਬ ਨੇ 31 ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਅਕਾਲੀ ਦਲ ਦੀ ਇਸ ਮੰਗ ਨੂੰ ਹਲਕੇ ਪੱਧਰ ਦੀ ਡਰਾਮੇਬਾਜ਼ੀ ਦੱਸਿਆ। ਹਾਲਾਂਕਿ ਕੈਪਟਨ ਸਾਹਿਬ ਨੇ ਖੁਦ ਇਹ ਐਲਾਨ ਕਰ ਦਿੱਤਾ ਕਿ ਵਿਸ਼ੇਸ਼ ਸਦਨ ਸੱਦਿਆ ਜਾਏਗਾ, ਪਰ ਅਕਾਲੀਆਂ ਦੀ ਇਸ ਮੰਗ ਨੂੰ ਡਰਾਮਾ ਦੱਸਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਮਹੀਨਿਆਂ ਤੱਕ ਅਕਾਲੀਆਂ ਨੇ ਕੇਂਦਰੀ ਕਾਨੂੰਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ। ਉਹਨਾਂ ਸਵਾਲੀਆ ਲਹਿਜੇ ਦੇ ਵਿੱਚ ਪੁੱਛਿਆ ਕਿ ਪਿਛਲੇ ਸੈਸ਼ਨ ਦੌਰਾਨ ਅਕਾਲੀ ਕਿੱਥੇ ਸਨ ਤੇ ਕਿਉਂ ਸੁਖਬੀਰ ਨੇ ਸਰਬ ਪਾਰਟੀ ਮੀਟਿੰਗ ਦੇ ਵਿੱਚ ਹੋਰਨਾਂ ਧਿਰਾਂ ਦੇ ਵਾਂਗ ਹਮਾਇਤ ਨਹੀਂ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਤੋਂ ਬਾਅਦ 31 ਕਿਸਾਨ ਜਥੇਬੰਦੀਆਂ ਨੇ 1 ਅਕਤੂਬਰ ਤੋਂ ਰੇਲਾਂ ਰੋਕਣ ਅਤੇ ਬੀਜੇਪੀ ਲੀਡਰਾਂ ਦੇ ਘਿਰਾਓ ਕਰਨ ਦਾ ਵੀ ਐਲਾਨ ਕਰ ਦਿੱਤਾ। ਤਿੰਨੇ ਖੇਤੀਬਾੜੀ ਐਕਟਾਂ ਦਾ ਵਿਰੋਧ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਦੇ ਵੱਲੋਂ 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਰੇਲਾਂ ਰੋਕਣ, ਬੀਜੇਪੀ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਲੀਡਰਾਂ ਦਾ ਘਿਰਾਓ ਕਰਨ ਅਤੇ ਪੰਚਾਇਤਾਂ ਵੱਲੋਂ ਖੇਤੀਬਾੜੀ ਐਕਟ ਰੱਦ ਕਰਨ ਦੇ ਮਤੇ ਪਾਉਣ ਦਾ ਵੀ ਐਲਾਨ ਕੀਤਾ। ਇਹਨਾਂ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਰਿਲਾਇੰਸ ਦੇ ਪੰਪਾਂ ਦਾ ਘਿਰਾਓ ਵੀ ਕੀਤਾ ਜਾਏਗਾ ਤੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਤੋਂ ਨਵੇਂ
ਖੇਤੀਬਾੜੀ ਐਕਟ ਰੱਦ ਕਰਨ ਦੇ ਮਤੇ ਵੀ ਪੁਆਏ ਜਾਣਗੇ। ਮੀਟਿੰਗ ਦੇ ਦੌਰਾਨ ਕਿਸਾਨ ਲੀਡਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਦਾ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਹੈ ਉਹ ਮੁੜ ਤੋਂ ਖੋਲ੍ਹਿਆ ਜਾਵੇ। ਮਾਨਸਾ ਤੋਂ ਕਿਸਾਨ ਯੂਨੀਅਨ ਦੇ ਲੀਡਰ ਰੁਲਦੂ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮੀਟਿੰਗ ਅੱਜ ਮੇਰਾ ਖਿਆਲ ਹੈ ਵੀ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਹੈ। ਜਿਹੜਾ 31 ਜਥੇਬੰਦੀਆਂ ਕੈਪਟਨ ਤੋਂ ਕਹਾਉਣਾ ਚਾਹੁੰਦੀ ਸੀ ਉਹ ਕੈਪਟਨ ਉਸ ਗੱਲ ਤੇ ਮੰਨ ਗਿਆ। ਆਪਾਂ ਕਹਾਉਣਾ ਚਾਹੁੰਦੇ ਵੀ 3 ਜਿਹੜੇ ਬਿੱਲ ਆਏ ਨੇ ਖੇਤੀ ਵਿਰੋਧੀ, ਦੇਸ਼ ਵਿਰੋਧੀ, ਉਹਨਾਂ ਨੂੰ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਉਹਨਾਂ ਨੂੰ ਖਾਰਜ ਕਰੋ ਤੇ ਜਿਹੜਾ 2020 ਬਿਜਲੀ ਐਕਟ ਹੈ ਉਹਨੂੰ ਖਾਰਜ ਕਰੋ। ਇਹ ਦੋਨਾਂ ਗੱਲਾਂ ਤੇ ਕੈਪਟਨ ਮੰਨ ਗਿਆ। ਇੱਕ ਹਫ਼ਤੇ ਦੇ ਅੰਦਰ ਉਹਨੇ ਮਤਲਬ ਮੀਟਿੰਗ ਸੱਦ ਲੈਣੀ ਹੈ, ਇਜਲਾਸ ਸੱਦ ਲੈਣਾ ਤੇ ਉਹਦੇ ਵਿੱਚ ਖਾਰਜ ਕਰ ਦੇਣਾ। ਇੱਕ ਗੱਲ ਆਈ ਤੇ ਉਹਨਾਂ ਦੇ ਪ੍ਰਧਾਨ ਵੱਲੋਂ ਵੀ ਇਹ ਗਵਰਨਰ ਨੇ ਪਾਸ ਨਹੀਂ ਮਤਲਬ ਕਰਨਾ, ਸਾਈਨ ਕਰਨੇ। ਉਹ ਉੱਠ ਕੇ ਮੈਂ ਵੀ ਕਹਿਤਾ ਸੀਗਾ ਵੀ ਕੋਈ ਗੱਲ ਨਹੀਂ, ਤੁਸੀਂ ਪਾਸ ਕਰੋ, ਗਵਰਨਰ ਨੂੰ ਘੇਰੀ ਕਰ ਲਾਂਗੇ। ਭਾਰਤੀ ਜਨਤਾ ਪਾਰਟੀ ਦਾ ਸਮਾਜਿਕ ਬਾਈਕਾਟ ਕੀਤਾ ਹੋਇਆ ਸੀ ਪਿੰਡਾਂ ਦੇ ਵਿੱਚੋਂ। ਜੇ ਗਵਰਨਰ ਨਾ ਕਰੂਗਾ ਜਥੇਬੰਦੀਆਂ ਨੂੰ ਘੇਰ ਲੈਣਗੀਆਂ ਤੇ ਅਗਲਾ ਅੰਦੋਲਨ ਬਾਰੇ ਵੀ ਆਪਣਾ ਸਾਰਾ ਕੁਝ ਚੱਲੂਗਾ ਅੰਦੋਲਨ। ਇਸ ਕਰਕੇ ਗੱਲ ਵਧੀਆ ਮਾਹੌਲ ਦੇ ਵਿੱਚ ਹੋਈ ਹੈ। ਜਿਹੜੀ ਅਸੀਂ ਕਰਾਉਣੀ ਚਾਹੁੰਦੇ ਸੀ ਸਰਕਾਰ ਤੋਂ ਉਹ ਅਸੀਂ ਕਰਾ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਯੂਨੀਅਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਹਰੇਕ ਮੁਹਾਜ਼ ਤੇ ਸਰਕਾਰ ਲੜਾਈ ਲੜੇਗੀ। ਕੈਪਟਨ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਟੀਮ ਦੇ ਨਾਲ ਇਸ ਮੁੱਦੇ ਤੇ ਸਾਡੀ ਸਰਕਾਰ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ਤੇ ਅੱਗੇ ਜਿਹੜੇ ਕਦਮ ਚੁੱਕੇ ਜਾਣਗੇ ਉਹਨਾਂ ਨੂੰ ਅੰਤਿਮ ਰੂਪ ਹੈ ਜਲਦੀ ਦਿੱਤਾ ਜਾਏਗਾ। ਇਹਨਾਂ ਵਿੱਚ ਮੁੱਖ ਜਿਹੜਾ ਕਦਮ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਚੁਣੌਤੀ ਦੇਣ ਵਾਲਾ ਹੋਵੇਗਾ। ਉਹਨਾਂ ਨੇ ਕਿਸਾਨ ਲੀਡਰਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਸੰਘੀ ਤੇ ਸੰਵਿਧਾਨਿਕ ਅਧਿਕਾਰਾਂ ਉੱਤੇ ਕੀਤੇ ਹਮਲੇ ਦਾ ਜਵਾਬ ਦੇਣ ਦੇ ਲਈ ਹਰ ਮੁਮਕਿਨ ਕਦਮ ਚੁੱਕਾਂਗੇ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਾਨੂੰਨੀ ਮਾਹਿਰਾਂ ਦੀ ਇਹ ਸਲਾਹ ਹੁੰਦੀ ਹੈ ਕਿ ਕੇਂਦਰੀ ਕਾਨੂੰਨਾਂ ਦਾ ਮੁਕਾਬਲਾ ਕਰਨ ਦੇ ਲਈ ਸੂਬੇ ਦੇ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇ ਤਾਂ ਅਜਿਹਾ ਕਰਨ ਲਈ ਅਸੀਂ ਤੁਰੰਤ ਹੀ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਵੀ ਬੁਲਾਵਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੂਬੇ ਦੇ ਕਿਸਾਨਾਂ ਦੇ ਹਿੱਤ ਵੱਡੇ ਕਾਰਪੋਰੇਟ ਘਰਾਣਿਆਂ ਮੂਹਰੇ ਗਹਿਣੇ ਰੱਖਣ ਦੀ ਕਰੜੀ ਆਲੋਚਨਾ ਕੀਤੀ। ਕਿਹਾ ਕਿ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਤੋਂ ਦੂਰੀ ਬਣਾਏ ਰੱਖਣ ਦਾ ਫੈਸਲਾ ਕੀਤਾ ਸੀ, ਜਿਸ ਦੌਰਾਨ ਖੇਤੀਬਾੜੀ ਬਿੱਲਾਂ ਦੇ ਖਿਲਾਫ ਮਤਾ ਪਾਸ ਹੋਇਆ ਸੀ। ਪਿਛਲੇ ਦਿਨੀ ਜਦੋਂ ਮੌਨਸੂਨ ਦਾ ਸਪੈਸ਼ਲ ਸਦਨ ਹੈ ਜਿਹੜਾ ਉਹ ਸੱਦਿਆ ਗਿਆ ਸੀ, ਉਹਦੇ ਵਿੱਚ ਪੰਜਾਬ ਸਰਕਾਰ ਨੇ ਖੇਤੀਬਾੜੀ ਆਰਡੀਨੈਂਸਾਂ ਦੇ ਖਿਲਾਫ ਮਤਾ ਪਾਸ ਕੀਤਾ ਸੀ। ਮੁੱਖ ਮੰਤਰੀ ਨੇ ਵੀ ਕਿਹਾ ਕਿ ਇਹ ਲੜਾਈ ਅਸੀਂ ਕਈ ਮੋਰਚਿਆਂ ਤੇ ਲੜਾਂਗੇ। ਪਹਿਲਾਂ ਤਾਂ ਜਿਵੇਂ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਹਰੀਸ਼ ਰਾਵਤ ਨੇ ਐਲਾਨ ਕੀਤਾ ਹੈ ਕਿ ਹਸਤਾਖਰ ਮੁਹਿੰਮ ਹੈ ਜਿਹੜੀ ਉਹ ਸੂਬੇ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਮਤੇ ਪਾਸ ਕੀਤੇ ਜਾਣ ਤੇ ਕੇਂਦਰ ਸਰਕਾਰ ਤੱਕ ਭੇਜੇ ਜਾਣ। ਇਸ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਸਿਆਸੀ ਰੰਗਤ ਦਿੱਤੇ ਜਾਣ ਤੋਂ ਬਿਨਾਂ ਮੈਂ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਵੀ ਤਿਆਰ ਹਾਂ। ਜਾਖੜ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਕਲਮ ਨਾਲ ਮਾਰਿਆ ਤੇ ਸਾਨੂੰ ਵੀ ਉਹਨਾਂ ਨੂੰ ਕਲਮ ਨਾਲ ਮਾਰਨ ਦਾ ਰਾਹ ਲੱਭਣਾ ਹੋਏਗਾ। ਚੁਟਕੀ ਲੈਂਦਿਆਂ ਕਿਹਾ ਕਿ ਕਲਮ ਨਾਲ ਮਾਰਿਆ ਹੈ ਤੇ ਕਲਮ ਨਾਲ ਅਸੀਂ ਬਚਾਵਾਂਗੇ। ਮੀਟਿੰਗ ਤੋਂ ਪਹਿਲਾਂ ਵੱਖ-ਵੱਖ ਕਿਸਾਨ ਲੀਡਰਾਂ ਨੇ ਮੁੱਖ ਮੰਤਰੀ ਨੂੰ ਕੇਂਦਰੀ ਐਕਟਾਂ ਨੂੰ ਕਾਨੂੰਨੀ ਤੌਰ ਉੱਤੇ ਚੁਣੌਤੀ ਦੇਣ ਦੀ ਅਪੀਲ ਕੀਤੀ ਅਤੇ ਸੂਬੇ ਵਿੱਚ ਅਡਾਨੀ ਦੇ ਸਾਈਲੋਜ਼ ਦਾ ਨਿਰਮਾਣ ਰੋਕਣ ਸਮੇਤ ਕਿਸਾਨਾਂ ਦੇ ਹਿੱਤਾਂ ਲਈ ਹੋਰ ਬਣਦੇ ਕਦਮ ਚੁੱਕਣ ਲਈ ਕਿਹਾ। ਇਹਨਾਂ ਸਾਰੇ ਲੀਡਰਾਂ ਨੇ ਤਬਾਹਕੁਨ ਕਿਸਾਨਾਂ ਤੋਂ ਕਾਨੂੰਨਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹ ਪ੍ਰਗਟਾਇਆ। ਆਸ ਹੈ ਕਿ ਮੁੱਖ ਮੰਤਰੀ ਕਰਨਗੇ। ਸੋ ਇਹ ਜਿਹੜੇ ਅਡਾਨੀ ਦੇ ਸਾਈਲੋਜ਼ ਦਾ ਨਿਰਮਾਣ ਹੋ ਰਿਹਾ ਮੋਗੇ ਦੇ ਵਿੱਚ ਵੀ ਵਿਰੋਧ ਹੋਇਆ ਸੀਗਾ, ਉਸ ਨੂੰ ਹੁਣ ਪੰਜਾਬ ਸਰਕਾਰ ਰੋਕੇਗੀ ਕਿ ਨਹੀਂ ਰੋਕੇਗੀ ਇਹ ਦੇਖਣਾ ਵੀ ਕਾਫੀ ਅਹਿਮ ਰਹੇਗਾ। ਪੱਤਰਕਾਰਾਂ ਨੂੰ ਵੀ ਚਾਹੀਦਾ ਕਿ ਸਮੇਂ-ਸਮੇਂ ਤੇ ਸਵਾਲ ਕੈਪਟਨ ਸਾਹਿਬ ਨੂੰ ਜਾ ਕੇ ਜ਼ਰੂਰ ਪੁੱਛਣ। ਕਾਂਗਰਸ ਦੀ ਸਰਕਾਰ ਦੇ ਹਰ ਲੀਡਰ ਨੂੰ ਜ਼ਰੂਰ ਪੁੱਛਣ ਕਿ ਅਡਾਨੀ ਦੇ ਜਿਹੜੇ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਖੁੱਲ ਰਹੇ ਨੇ ਇਹਨਾਂ ਨੂੰ ਕਦੋਂ ਬੰਦ ਕਰਵਾ ਰਹੇ ਹੋ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਹਰ ਨਾਗਰਿਕ ਨੂੰ, ਹਰ ਪੰਜਾਬੀ ਨੂੰ, ਹਰ ਭਾਰਤੀ ਨੂੰ ਅਪੀਲ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਰੇਲ ਰੋਕੋ ਮੋਰਚਾ ਜਿਹੜਾ ਉਹ 29 ਸਤੰਬਰ ਤੱਕ 6ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਅਤੇ ਪੂਰੀ ਕਾਮਯਾਬੀ ਨਾਲ ਮੋਰਚਾ ਅੱਗੇ ਵਧ ਰਿਹਾ ਹੈ। ਉਹਨਾਂ ਨੇ ਵੀ ਐਲਾਨ ਕੀਤਾ ਕਿ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਅਸੀਂ ਰੇਲਾਂ ਰੋਕਣ ਦਾ ਸੰਘਰਸ਼ ਵਿੱਢ ਰਹੇ ਹਾਂ ਤੇ ਹਰ ਕਿਸੇ ਨੂੰ ਇਹਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਬਹੁਤ ਸਾਰੀਆਂ ਭਰਾਤੀ ਜਥੇਬੰਦੀਆਂ ਦੇ ਫੋਨ ਆਏ ਸੀ, ਬੁੱਧੀਜੀਵੀਆਂ ਨੇ ਗੱਲਬਾਤ ਕੀਤੀ ਸੀ ਵੀ ਅੰਦੋਲਨ ਨੂੰ ਇੱਕ ਵੱਡਾ ਅੰਦੋਲਨ ਦੀ ਸ਼ੇਪ ਦਿਓ। ਸੋ ਅਸੀਂ ਵੇਖ ਰਹੇ ਆਪ ਮਾਰੇ ਲੋਕ ਵੀ ਅੰਦੋਲਨ ਵਿੱਚ ਕੁੱਦ ਰਹੇ। ਅਸੀਂ ਅੱਜ ਦੇਸ਼ ਦੇ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਤੇ ਪੂਰੇ ਪੰਜਾਬੀਆਂ ਦੇ ਕਿਸਾਨਾਂ ਮਜ਼ਦੂਰਾਂ ਅੱਗੇ ਝੋਲੀ ਅੱਡਣ ਲੱਗੇ ਆ। ਇੱਕ ਅੰਦੋਲਨ ਦਾ ਆਹਵਾਨ ਕਰਨ ਲੱਗੇ ਆ। ਜੇ ਇਹ ਅੰਦੋਲਨ ਸਫਲ ਹੋਇਆ ਤੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੋਊਗਾ। ਅਸੀਂ ਬੇਨਤੀ ਕਰ ਰਹੇ ਹਾਂ ਵੀ ਜਿਵੇਂ ਰਿਲਾਇੰਸ ਇੰਡੀਆ ਵਾ ਜਿਹੜਾ ਅੰਬਾਨੀ ਜੀ ਚਲਾ ਰਹੇ ਆ, ਉਹ ਪੂਰੇ ਦੇਸ਼ ਨੂੰ ਕੰਟਰੋਲ ਕਰ ਲਿਆ ਇਸ ਵੇਲੇ। ਜਿਹੜੇ ਕਾਰਪੋਰੇਟ ਘਰਾਣੇ ਆ ਪੂਰੀ ਦੁਨੀਆ ਦੀਆਂ ਸਰਕਾਰਾਂ ਤੇ ਸਾਡੀ ਭਾਰਤ ਦੀ ਸਰਕਾਰ ਉਹਨਾਂ ਦੀ ਕਠਪੁਤਲੀ ਬਣੀ ਹੋਈ ਆ। ਸੋ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰਨ ਦਾ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ।
ਇਹ ਤੋਂ ਗਾਹਾਂ ਜਿਹੜੇ ਰਿਲਾਇੰਸ ਦੇ ਪੰਪ ਆ ਇਹਨਾਂ ਕੋ ਤੇਲ ਪਾਉਣਾ, ਜੀਓ ਸਿੰਮਾਂ ਦਾ ਬਾਈਕਾਟ ਕਰਨਾ ਚਾਹੀਦਾ ਸਾਡੇ ਨੌਜਵਾਨਾਂ ਨੂੰ। ਜੇ ਅਸੀਂ ਕਾਰਪੋਰੇਟ ਘਰਾਣਿਆਂ ਦੇ ਪ੍ਰੋਡਕਟਾਂ ਦਾ ਬੰਦ ਕਰ ਗਏ ਤਾਂ ਐਡਾ ਵੱਡਾ ਘਾਟਾ ਬਰਦਾਸ਼ਤ ਨਹੀਂ ਕਰਨਗੇ। ਕਾਰਪੋਰੇਟ ਘਰਾਣੇ ਹੀ ਜਿਵੇਂ ਅੰਬਾਨੀ ਜੀ ਆ, ਉਹ ਪੂਰੇ ਦੇਸ਼ ਦੇ ਮੀਡੀਆ ਹਾਊਸ ਨੂੰ ਕੰਟਰੋਲ ਕਰ ਰਹੇ ਆ, ਤੇ ਜਿਹੜੀ ਸਰਕਾਰ ਮਰਜ਼ੀ ਚਾਹੁਣ ਉਸ ਸਰਕਾਰ ਦੇ ਹੱਕ 'ਚ ਪ੍ਰਚਾਰ ਕਰਕੇ ਸਭ ਤੋਂ ਵੱਡਾ ਐਡ ਮੀਡੀਆ ਹਾਊਸ ਨੂੰ ਅੰਬਾਨੀ ਜੀ ਦੇ ਰਹੇ ਆ। ਤੇ ਉਹ ਸਰਕਾਰਾਂ ਦੇ ਹੱਕ 'ਚ ਗਾਂ ਤੁਹਾਨੂੰ ਉਹਨਾਂ ਚੈਨਲਾਂ ਦੇ ਵੀ ਨਾਂ ਦੱਸ ਦਾਂਗੇ, ਅਗਲਾ ਹੋਊਗਾ ਸਟੈਪ ਸਾਡਾ। ਸੋ ਇਸ ਕਰਕੇ ਜੇ ਭਾਰਤ ਵਰਸ਼ ਦੇ ਪੂਰੇ ਲੋਕ, ਭਾਰਤ ਦੀਆਂ ਸਾਰੀਆਂ ਟ੍ਰੇਡ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਨੌਜਵਾਨਾਂ ਦੀਆਂ ਜਥੇਬੰਦੀਆਂ ਜੇ ਇਸ ਅੰਦੋਲਨ ਨੂੰ ਦੇਸ਼ ਬਚਾਉਣ ਲਈ, ਦੇਸ਼ ਦੀ ਖੇਤੀ ਤੇ ਪੰਜਾਬ ਦੀ ਖੇਤੀ ਬਚਾਉਣ ਲਈ ਮੈਦਾਨ ਵਿੱਚ ਕੁੱਦ ਪਈਆਂ ਤੇ ਅਸੀਂ ਸਫਲ ਹੋਵਾਂਗੇ। ਮੋਦੀ ਛੋਟੀ ਚੀਜ਼ ਆ, ਮੋਦੀ ਨੂੰ ਹਰਾ ਲਾਂਗੇ ਅਸੀਂ। ਮੋਦੀ ਹਰਿਆ ਹੋਇਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ, ਲੋਕ ਜਿੱਤਣਗੇ ਤੇ ਮੋਦੀ ਹਾਰੂਗਾ। ਸੋ ਇਹ ਅੰਦੋਲਨ ਨੂੰ ਸਾਨੂੰ ਆਸ ਆ ਵੀ ਦੇਸ਼ ਦੇ ਵਾਸੀ ਸਾਡਾ ਸਾਥ ਦੇਣਗੇ। ਜਿੰਨੇ ਵੀ ਸੁਹਿਰਦ ਬਹੁਤ ਵੱਡੀਆ ਸਾਡੇ ਪੰਜਾਬ ਦੇ ਗਾਇਕਾਂ ਦਾ ਰੌਲ ਆ, ਐਕਟਰਸ ਦਾ ਰੌਲ ਆ। ਜੇ ਐਕਟਰ ਇਹ ਮੁਹਿੰਮ ਨੂੰ ਕਿਤੇ ਵੱਡੀ ਕਰ ਦੇਣ, ਆਪਣੇ ਪੱਧਰ ਤੇ ਬੋਲ ਦੇਣ, ਤੇ ਮੁਹਿੰਮ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਹੋਊਗੀ। ਸੋ ਇਸ ਕਰਕੇ ਆਮ ਜਨਤਾ ਨੂੰ ਅਪੀਲ ਹੈ, ਮੁਹਿੰਮ ਨੂੰ ਕਾਮਯਾਬ ਕਰੋ। ਅਸੀਂ ਜਿੱਤਾਂਗੇ। ਭਾਰਤ ਦੇ ਲੋਕ, ਭਾਰਤ ਦੇ ਕਿਸਾਨ ਮਜ਼ਦੂਰ, ਪੰਜਾਬ ਦੇ ਕਿਸਾਨ ਮਜ਼ਦੂਰ ਜਿੱਤਣਗੇ। ਕਾਰਪੋਰੇਟ ਹਾਰੂਗਾ, ਮੋਦੀ ਦੀਆਂ ਨੀਤੀਆਂ ਹਾਰਨਗੀਆਂ। ਅਸੀਂ JJP ਨੂੰ ਕਹਿਣਾ ਚਾਹਾਂਗੇ ਵੀ ਹਰਿਆਣੇ ਦੇ ਗਠਜੋੜ ਦੇ ਵਿੱਚੋਂ ਬਾਹਰ ਆਵੇ, ਉਹ ਲੋਕਾਂ ਦਾ ਨੁਕਸਾਨ ਕਰ ਰਹੀ ਆ। ਦੂਜਾ, ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗੇ ਵੀ ਭਾਰਤ ਦੀਆਂ ਏਜੰਸੀਆਂ, ਭਾਰਤ ਦੀ ਸਰਕਾਰ ਪੂਰਾ ਯਤਨ ਕਰੋਗੀ ਇਹ ਅੰਦੋਲਨ ਨੂੰ ਤਾਰ ਪੀਡੋ ਕਰੇ। ਕਿਤੇ ਬੰਬ ਧਮਾਕੇ ਹੋ ਸਕਦੇ ਆ। ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਇਹ ਤੋਂ ਗਾਂ ਫਿਰਕੂ ਦੰਗਿਆਂ ਦਾ ਮਾਹੌਲ ਪੈਦਾ ਹੋ ਸਕਦਾ ਵਾ। ਸਾਨੂੰ ਜਾਗਦੇ ਰਹਿਣਾ ਚਾਹੀਦਾ, ਇਹ ਘੋਲ ਨੂੰ ਸੱਟ ਨਾ ਵੱਜੇ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਟ੍ਰੇਡ ਜਥੇਬੰਦੀਆਂ ਲੋਕਾਂ ਦੇ ਹੱਕੀ ਘੋਲ ਲੜ ਰਹੀਆਂ ਨੇ, ਅੰਦੋਲਨ ਦੀ ਸਹੀ ਗਵਾਹੀ ਕਰ ਰਹੀਆਂ ਨੇ। ਉਹ ਸਾਡੇ ਵਰਗੇ ਅੰਦੋਲਨ ਸਿਆਸੀ ਪਾਰਟੀਆਂ ਚਲਾ ਸਕਦੀਆਂ ਨੇ। ਵੇਖਣ ਨੂੰ ਤੇ ਇਹ ਲੱਗੂਗਾ ਵੀ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ, ਪਰ ਉਹਨਾਂ ਦਾ ਅੰਦੋਲਨ ਸਾਡੇ ਅੰਦੋਲਨ ਨੂੰ ਨੁਕਸਾਨ ਕਰਨ ਵਾਲਾ ਹੋਊਗਾ। ਉਹ ਅੰਦੋਲਨ ਦੇ ਵਿੱਚੋਂ ਆਪਣੀ ਕੁਰਸੀ ਕੱਢਣਗੇ। ਬਹੁਤਿਆਂ ਨੂੰ 2022 ਦੀ ਫਿਕਰ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ ਵਿੱਚ ਹੋਈ ਇਸ ਬੈਠਕ ਤੋਂ ਇਲਾਵਾ 31 ਕਿਸਾਨ ਜਥੇਬੰਦੀਆਂ ਨੇ ਫਿਰ ਪੰਜਾਬੀ ਕਲਾਕਾਰਾਂ ਦੇ ਨਾਲ, ਪੰਜਾਬੀ ਗਾਇਕਾਂ ਦੇ ਨਾਲ ਵੀ ਬੈਠਕ ਕੀਤੀ। ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਕਲਾਕਾਰਾਂ ਅਤੇ ਕਿਸਾਨ ਜਥੇਬੰਦੀਆਂ ਦੀ 14 ਮੈਂਬਰੀ ਸਾਂਝੀ ਕਮੇਟੀ ਹੈ ਜਿਹੜੀ ਉਹ ਬਣਾ ਦਿੱਤੀ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਕਮੇਟੀ ਦੇ ਵੱਲੋਂ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਸੰਘਰਸ਼ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਹੁਣ ਅੱਗੇ ਇਸ ਸੰਘਰਸ਼ ਨੂੰ ਲਿਜਾਇਆ ਜਾਏਗਾ। ਇਸ 31 ਕਿਸਾਨ ਜਥੇਬੰਦੀਆਂ ਦੀ ਬੈਠਕ ਦੇ ਵਿੱਚ, ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬੀ ਕਲਾਕਾਰ ਦੀਪ ਸਿੱਧੂ, ਸਮਾਜ ਸੇਵੀ ਲੱਖਾ ਸਿਧਾਣਾ, ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਸਮੇਤ ਕਈ ਹੋਰ ਗਾਇਕ ਨੇ ਜਿਹੜੇ ਉਹ ਵੀ ਸ਼ਾਮਲ ਸੀਗੇ। ਤੇ ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਦਿਖਾਈ ਦੇ ਰਹੇ ਨੇ। ਤੇ ਹੁਣ ਇੱਕ ਵਾਰ ਫਿਰ ਤੋਂ 30 ਸਤੰਬਰ ਨੂੰ ਇੱਕ ਵੱਡਾ ਧਰਨਾ ਬਠਿੰਡਾ ਦੇ ਗੋਨਿਆਣੇ ਦੇ ਵਿੱਚ ਕਲਾਕਾਰਾਂ ਨੇ ਲਾਉਣ ਦਾ ਐਲਾਨ ਕੀਤਾ ਹੈ ਤੇ ਮੁੜ ਤੋਂ ਸਰਕਾਰ ਨੂੰ ਲਲਕਾਰ ਦੇਣਗੇ। ਇਹ ਐਲਾਨ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਕੀਤਾ ਹੈ। ਉਹਨਾਂ ਦੇ ਮੁਤਾਬਿਕ ਜੈ ਜਵਾਨ ਜੈ ਕਿਸਾਨ ਨਾਂ ਦੇ ਧਰਨੇ ਦੀ ਅਗਵਾਈ ਖੁਦ ਇਹ ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਕਰ ਰਿਹਾ ਹੈ। ਅੰਮ੍ਰਿਤ ਮਾਨ ਤੋਂ ਇਲਾਵਾ ਇਸ ਧਰਨੇ ਵਿੱਚ ਆਰਨੇਤ, ਰਾਜਵੀਰ ਜਵੰਦਾ, ਜਸ ਬਾਜਵਾ ਤੇ ਹੋਰ ਵੀ ਕਲਾਕਾਰ ਨੇ ਜਿਹੜੇ ਉਹ ਸ਼ਾਮਿਲ ਹੋਣਗੇ। 30 ਸਤੰਬਰ ਨੂੰ ਦੁਪਹਿਰੇ 2 ਵਜੇ ਗੋਨੇਆਣਾ ਮੰਡੀ ਦੇ ਵਿੱਚ ਕਲਾਕਾਰਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਮਿਲ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ। ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਕੱਲ ਨੂੰ ਯਾਨੀ ਕਿ 30 ਸਤੰਬਰ ਨੂੰ ਪਿੰਡ ਗੋਨੇਆਣਾ ਮੰਡੀ, ਡਿਸਟ੍ਰਿਕਟ ਬਠਿੰਡਾ ਵਿੱਚ ਸ਼ਾਂਤਮਈ ਪ੍ਰੋਟੈਸਟ ਕੀਤਾ ਜਾ ਰਿਹਾ ਜੀ, ਜੋ ਬਿੱਲ ਪਾਸ ਹੋਇਆ। ਸੋ ਨੇੜੇ ਤੇੜੇ ਦੇ ਜਿੰਨੇ ਵੀ ਵੀਰ ਭਰਾ ਮੇਰੀ ਇਹ ਵੀਡੀਓ ਨੂੰ ਸੁਣ ਰਹੇ ਆ ਉਹ ਜ਼ਰੂਰ ਉੱਥੇ ਪਹੁੰਚਣ। 1 ਵਜੇ ਆਪਾਂ ਸਾਰਿਆਂ ਨੇ ਉੱਥੇ ਇਕੱਠੇ ਹੋਣਾ, 2 ਵਜੇ ਤੋਂ ਸਾਰਾ ਸਟਾਰਟ ਹੋ ਜਾਣਾ ਜੀ। ਸੋ ਗੋਨੇਆਣਾ ਮੰਡੀ, ਡਿਸਟ੍ਰਿਕਟ ਬਠਿੰਡਾ, ਦੁਪਹਿਰੇ 1 ਵਜੇ ਮੇਰੇ ਨਾਲ ਮੇਰਾ ਵੀਰ ਆਰਨੇਤ, ਰਾਜਵੀਰ ਜਵੰਦਾ ਬਾਈ ਤੇ ਜਸ ਬਾਜਵਾ ਬਾਈ ਇਹ ਪਹੁੰਚ ਰਹੇ ਨੇ। ਸੋ ਤੁਸੀਂ ਸਾਰੇ ਜਾਣਿਆਂ ਨੇ ਆਉਣਾ ਜੀ 1 ਵਜੇ
ਧਰਨਾ ਆਪਾਂ ਸਾਰੇ ਉੱਥੇ ਦੇਵਾਂਗੇ ਜੋ ਇਹ ਬਿੱਲ ਪਾਸ ਹੋਇਆ ਉਹਦੇ ਅਗੇਂਸਟ। ਕਿਸਾਨਾਂ ਦੇ ਸੰਘਰਸ਼ ਦੀ ਇਸ ਲੜੀ ਦੇ ਵਿੱਚ ਹੁਣ ਤੁਹਾਨੂੰ ਚੰਡੀਗੜ੍ਹ ਦੀਆਂ ਕੁਝ ਤਸਵੀਰਾਂ ਦਿਖਾ ਦਿੰਦੇ ਹਾਂ। ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਲੀਡਰਾਂ ਨੇ ਕਿਸਾਨਾਂ ਦੇ ਲਈ ਜਿਹੜੇ ਖੇਤੀ ਬਿੱਲ ਪਾਸ ਕੀਤੇ ਗਏ ਨੇ, ਕਾਨੂੰਨ ਬਣਾਇਆ ਗਿਆ, ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਪੂਰਾ ਮੁਲਕ, ਪੂਰਾ ਪੰਜਾਬ, ਬੱਚਾ ਜਿਹੜਾ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਿਹਾ ਹੈ, ਪਰ ਬੀਜੇਪੀ ਦੀ ਸਰਕਾਰ ਹੈ ਜਿਹੜੀ ਤੇ ਉਹਦੇ ਅੱਗੇ ਥੱਲੇ ਲੀਡਰ ਨੇ ਤੇ ਵਰਕਰ ਨੇ, ਉਹ ਇਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਚੰਡੀਗੜ੍ਹ ਦੇ ਵਿੱਚ ਇਹ ਪ੍ਰਚਾਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਖੇਤੀ ਬਿੱਲ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਸਮਝਾਵਾਂਗੇ, ਕਿਸਾਨਾਂ ਨੂੰ ਸਮਝਾਵਾਂਗੇ, ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਪਾਗਲ ਨਹੀਂ ਹੈਗੇ, ਸਾਨੂੰ ਸਾਰਾ ਪਤਾ ਹੈ ਕਿ ਇਹਨਾਂ ਬਿੱਲਾਂ ਦੇ ਵਿੱਚ ਆਖਿਰਕਾਰ ਕੀ ਲਿਖਿਆ, ਸਾਨੂੰ ਸਾਰਾ ਦਿਖ ਰਿਹਾ, ਸਾਡਾ ਬੱਚਾ, ਸਾਡੀਆਂ ਬੀਬੀਆਂ ਸਾਰਾ ਜਾਣਦੀਆਂ ਨੇ ਕਿ ਇਹ ਬਿੱਲ ਸਾਨੂੰ ਕਿਵੇਂ ਖਤਮ ਕਰ ਦੇਣਗੇ। ਪਰ ਬੀਜੇਪੀ ਵਾਲੇ ਅੜੇ ਹੋਏ ਨੇ ਕਿ ਅਸੀਂ ਸਮਝਾ ਕੇ ਰਹਾਂਗੇ। ਹਾਲਾਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਪਿੰਡਾਂ ਦੇ ਵਿੱਚ ਅਸੀਂ ਤੁਹਾਨੂੰ ਵੜਨ ਨਹੀਂ ਦਿਆਂਗੇ, ਬੀਜੇਪੀ ਨੂੰ ਅਸੀਂ ਪੰਜਾਬ ਦੇ ਵਿੱਚ ਵੜਨ ਨਹੀਂ ਦਿਆਂਗੇ। ਜਿਹੜੇ ਬੀਜੇਪੀ ਦੇ ਪੰਜਾਬ ਦੇ ਵਿੱਚ ਲੀਡਰ ਨੇ ਉਹਨਾਂ ਨੂੰ ਵੀ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਪਿਛਲੇ ਦਿਨਾਂ ਦੇ ਵਿੱਚ। ਇਹ ਸਾਰੇ ਆਪਾਂ ਦੇਖ ਚੁੱਕੇ ਹਾਂ। ਬਾਵਜੂਦ ਇਸ ਦੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਹੱਕ ਦੇ ਵਿੱਚ, ਇਹਨਾਂ ਬਿੱਲਾਂ ਦੇ, ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ। ਪਰ ਇਸ ਟਰੈਕਟਰ ਰੈਲੀ ਦੇ ਵਿੱਚ ਜੋ ਕੁਝ ਨਜ਼ਾਰਾ ਦੇਖਣ ਨੂੰ ਮਿਲਿਆ ਉਹ ਸੱਚੀ ਹੈਰਾਨ ਕਰਨ ਵਾਲਾ ਹੈ। ਉਹ ਬੀਜੇਪੀ ਸਰਕਾਰ ਦੇ ਇਸ ਟਰੈਕਟਰ ਮਾਰਚ ਦਾ ਜਿਹੜਾ ਉਹ ਪੋਲ ਖੋਲਣ ਵਾਲਾ ਹੈ, ਉਸ ਦੇ ਵਿੱਚ ਜਿਹੜੇ ਸ਼ਾਮਲ ਹੋਣ ਵਾਲੇ ਲੋਕ ਸੀ, ਟਰੈਕਟਰਾਂ ਦੇ ਉੱਤੇ ਚੜੇ ਹੋਏ ਜਿਹੜੇ ਲੋਕ ਸੀ, ਪਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਇਸ ਟਰੈਕਟਰ ਰੈਲੀ ਦੇ ਵਿੱਚ ਕੀ ਕਰਨ ਆਏ ਨੇ, ਕਿਸਾਨਾਂ ਦਾ ਮਸਲਾ ਕੀ ਹੈ, MSP ਦਾ ਕੀ ਮਸਲਾ ਹੈ। ਉਹਨਾਂ ਦਾ ਇੱਕ ਜਵਾਬ ਸੀ ਕਿ ਅਸੀਂ ਮਾਲਕਾਂ ਦੇ ਕਹਿਣ ਤੇ ਆਏ ਹਾਂ, ਯਾਨੀ ਕਿ ਕਿਸਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਕਿਸਾਨ ਅਸਲ ਦੇ ਵਿੱਚ ਉਹ ਕਿਸਾਨ ਹੈ ਹੀ ਨਹੀਂ ਸੀਗੇ, ਉਹ ਮੁੱਲ ਤੇ ਲਿਆਂਦੇ ਹੋਏ ਜਿਹੜੇ ਬੰਦੇ ਸੀ, ਟਰੈਕਟਰ ਕਿਰਾਏ ਤੇ ਲਿਆਂਦੇ ਹੋਣਗੇ ਤੇ ਉਹਨਾਂ ਨੂੰ ਚਲਾਉਣ ਵਾਲੇ ਉਹ ਮਾਲਕ ਸੀਗੇ, ਸਿਰਫ ਉਹ ਨਾ ਕਿਸਾਨ ਸੀਗੇ ਤੇ ਨਾ ਹੀ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਲੋਕ ਸੀਗੇ, ਉਹ ਸਿਰਫ ਤੇ ਸਿਰਫ ਦਿਹਾੜੀ ਤੇ ਆਏ ਹੋਏ ਲੋਕ ਸੀ। ਇਹ ਪੋਲ ਹੈ ਜਿਹੜੀ ਇਸ ਬੀਜੇਪੀ ਦੇ ਟਰੈਕਟਰ ਰੈਲੀ ਦੀ ਖੁੱਲੀ ਹੈ ਚੰਡੀਗੜ੍ਹ ਦੇ ਵਿੱਚ। ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਕਿਸਾਨ ਮੋਰਚੇ ਦੀ ਟੀਮ ਤੇ ਇੱਥੇ ਪਹੁੰਚੇ ਸਾਰੇ ਕਿਸਾਨ ਵੀਰੋ, ਗੁਰੂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਪੰਜਾਬ ਦੀਆਂ ਖਬਰਾਂ ਦੇ ਵਿੱਚ ਅਗਲੀ ਖਬਰ ਤੁਹਾਨੂੰ ਦੱਸ ਦਈਏ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਦਿੱਲੀ ਦੇ ਇੰਡੀਆ ਗੇਟ ਮੂਹਰੇ ਟਰੈਕਟਰ ਸਾੜੇ ਜਾਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਯੂਥ ਕਾਂਗਰਸ ਦੇ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਸਾਰਿਆਂ ਨੂੰ ਤਿਲਕ ਮਾਰਗ ਪੁਲਿਸ ਥਾਣੇ ਦੇ ਵਿੱਚ ਲਿਜਾਇਆ ਗਿਆ। 28 ਸਤੰਬਰ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਲੀ ਦੇ ਇੰਡੀਆ ਗੇਟ ਤੇ ਕਿਸਾਨ ਵਿਰੋਧੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਸਾੜ ਕੇ ਵਿਰੋਧ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਨੇ ਇਹ ਸਾਰੀ ਕਾਰਵਾਈ ਕੀਤੀ ਹੈ। ਹੁਣ ਖੇਤੀ ਬਿੱਲਾਂ ਦੇ ਮਸਲੇ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਪੰਜਾਬ ਦੇ ਵਿੱਚ, ਉਸ ਤੇ ਵੀ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਖੇਤੀ ਬਿੱਲਾਂ ਦੇ ਮੁੱਦੇ ਤੇ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ NDA ਤੇ ਤਿੱਖੇ ਹਮਲੇ ਕਰ ਰਹੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਨੂੰਨ ਬਣਾਉਣ ਵਾਲੇ ਲੋਕਾਂ ਨੂੰ ਖੇਤੀ ਸੂਬੇ ਪੰਜਾਬ ਬਾਰੇ ਕੋਈ ਗਿਆਨ ਨਹੀਂ ਹੈਗਾ। ਉਹਨਾਂ ਕਿਹਾ ਕਿ ਕਾਰਜਸ਼ੈਲੀ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਮੋਗਾ ਦੇ ਵਿੱਚ ਪਹੁੰਚੇ ਹੋਏ ਸੁਖਬੀਰ ਬਾਦਲ ਨੇ ਇਹ ਬਿਆਨ ਦਿੱਤਾ ਸੀ। ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਦਾਅਵਾ ਕੀਤਾ ਕਿ ਖੇਤੀ ਬਿੱਲ ਡਰਾਫਟਿੰਗ ਕਮੇਟੀ ਵਿੱਚ ਕੈਪਟਨ ਮੈਂਬਰ ਸੀਗੇ ਤੇ ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਨਾਲ ਸਲਾਹ ਕਰਨ ਤੋਂ ਬਾਅਦ ਹੀ ਬਿੱਲ ਪਾਸ ਕੀਤੇ ਗਏ ਨੇ। ਉਹਨਾਂ ਕਿਹਾ ਕਿ 1 ਸਾਲ ਪਹਿਲਾਂ ਹਾਈ ਪਾਵਰ ਕਮੇਟੀ 'ਚ ਹੋਏ ਫੈਸਲੇ ਦਾ ਕੈਪਟਨ ਨੇ ਭੇਤ ਹੀ ਨਹੀਂ ਖੋਲ੍ਹਿਆ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸਾਨੂੰ ਉਸ ਕਮੇਟੀ ਦੇ ਵਿੱਚ ਸੱਦਿਆ ਹੀ ਨਹੀਂ ਗਿਆ। ਹੁਣ ਸੱਚਾ ਕੌਣ ਹੈ, ਝੂਠਾ ਕੌਣ ਹੈ, ਇਸ ਦਾ ਨਿਰਣਾ ਇਸ ਮੁਲਕ ਦੇ ਵਿੱਚ ਕੌਣ ਕਰੇਗਾ, ਕੁਝ ਨਹੀਂ ਕਹਿ ਸਕਦੇ। ਤੇ ਸੁਖਬੀਰ ਬਾਦਲ ਲਗਾਤਾਰ ਹੁਣ ਬੀਜੇਪੀ ਤੇ ਭੜਾਸ ਕੱਢ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ 90% ਵਰਕਰ ਕਿਸਾਨ ਨੇ, ਖੇਤੀ ਕਰਦੇ ਨੇ। ਖੇਤੀ ਕਾਨੂੰਨ ਦਾ ਅਸਰ ਸਿਰਫ ਕਿਸਾਨੀ ਤੇ ਹੀ ਨਹੀਂ, ਆੜਤੀਆ, ਖੇਤ ਮਜ਼ਦੂਰ, ਮੰਡੀ ਲੇਬਰ ਤੇ ਵਪਾਰੀਆਂ ਤੇ ਵੀ ਪਏਗਾ। ਉਹਨਾਂ ਨੇ ਕਿਹਾ ਕਿ ਆਜ਼ਾਦੀ ਮਗਰੋਂ ਬਾਕੀ ਸੂਬੇ ਟੂਰਿਜ਼ਮ, IT ਤੇ ਹੋਰ ਸੈਕਟਰ ਬਣਾਉਣ 'ਚ ਰੁੱਝੇ ਰਹੇ, ਪਰ ਪੰਜਾਬ ਅਜਿਹਾ ਇੱਕ ਸੂਬਾ ਹੈ ਜਿਸ ਨੇ ਖੇਤੀ ਨੂੰ ਪ੍ਰਮੋਟ ਕੀਤਾ। ਪਰ ਕੇਂਦਰ ਦੀ ਇਹ ਸਰਕਾਰ ਹੈ ਜਿਹੜੀ ਉਹ ਬਿਨਾਂ ਪੁੱਛੇ ਦੱਸੇ ਫੈਸਲੇ ਕਰ ਰਹੀ ਹੈ। ਵੱਡਾ ਬਿਆਨ ਸੁਖਬੀਰ ਬਾਦਲ ਨੇ ਇਹ ਵੀ ਦਿੱਤਾ ਕਿ NDA ਬਣਾਉਣ ਵਾਲੀ ਬੀਜੇਪੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਹੈ। ਕਹਿੰਦੇ ਜਦੋਂ NDA ਬਣਿਆ ਸੀ ਉਦੋਂ ਬੀਜੇਪੀ ਕੋਲ ਸਿਰਫ 2 ਹੀ MP ਸੀਗੇ। ਪਿਛਲੀਆਂ ਰੈਲੀਆਂ 'ਚ ਅਸੀਂ 20,000 ਬੰਦਾ ਲੈ ਕੇ ਆਉਂਦੇ ਸੀ ਤੇ ਨਾ ਵੱਜਦਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਇਕੱਠ ਕੀਤਾ, ਜਦ ਕਿ ਬੀਜੇਪੀ ਦੇ 2,000 ਤੋਂ ਵੀ ਘੱਟ ਵਰਕਰ ਰੈਲੀਆਂ 'ਚ ਪਹੁੰਚਦੇ ਸੀ। 18,000 ਵਰਕਰ ਸਾਡੇ ਹੀ ਹੁੰਦੇ ਸੀ।
ਤੇ ਅਕਾਲੀ ਦਲ ਹੁਣ ਲਗਾਤਾਰ ਨਿਤ ਨਵੇਂ ਐਲਾਨ ਕਰ ਰਿਹਾ ਹੈ। ਦਿੱਲੀ ਤੋਂ ਖਬਰ ਹੈ, ਜਿੱਥੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਦਿੱਲੀ ਨਗਰ ਨਿਗਮ ਯਾਨੀ ਕਿ MCD ਵਿੱਚ NDA ਨਾਲ ਰਿਸ਼ਤਾ ਤੋੜਨ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਸਮੇਤ NDA ਨਾਲ ਅਸੀਂ ਸਾਰੇ ਅਹੁਦਿਆਂ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਤੇ ਬੀਜੇਪੀ ਨਾਲੋਂ ਯਾਰੀ ਟੁੱਟਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਦੇ ਮੋਦੀ ਨਾਲ ਤਾਰ ਜੋੜ ਦਿੱਤੇ ਨੇ। ਕੈਪਟਨ ਸਾਹਿਬ ਅਤੇ ਨਰਿੰਦਰ ਸਿੰਘ ਮੋਦੀ ਦੀ ਮਿਲੀਭੁਗਤ ਹੈ, ਇਹ ਕਹਿਣਾ ਹੈ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦਾ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਕੈਪਟਨ ਕੇਂਦਰ ਨਾਲ ਮਿਲ ਕੇ ਮੈਚ ਖੇਡਦੇ ਨੇ। ਮਜੀਠੀਆ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਕੈਪਟਨ ਖਿਲਾਫ ਪ੍ਰਿਵਿਲੇਜ ਮੋਸ਼ਨ ਲੈ ਕੇ ਆਉਣਗੇ। ਕਹਿੰਦੇ ਪਿਛਲੇ ਸੈਸ਼ਨ ਵਿੱਚ ਫ੍ਰੈਂਡਲੀ ਮੈਚ ਸੀ। ਕੈਪਟਨ ਵੱਲੋਂ ਵਿਧਾਨ ਸਭਾ 'ਚ 3 ਬਿੱਲਾਂ ਖਿਲਾਫ ਮਤਾ ਪੇਸ਼ ਕੀਤਾ ਗਿਆ ਸੀ। ਇਹ ਮਤਾ ਲੋਕ ਸਭਾ ਤੇ ਰਾਜ ਸਭਾ ਭੇਜਣ ਲਈ ਪਾਸ ਵੀ ਹੋ ਗਿਆ, ਪਰ 12 ਦਿਨਾਂ ਤੱਕ ਮਤਾ ਵਿਧਾਨ ਸਭਾ ਦੇ ਵਿੱਚ ਹੀ ਪਿਆ ਰਿਹਾ। ਇਹ ਮਜੀਠੀਆ ਨੇ ਦਾਅਵਾ ਕੀਤਾ। ਸਵਾਲ ਖੜਾ ਕੀਤਾ ਕਿ 12 ਦਿਨ ਤੱਕ ਮਤਾ ਕਿਉਂ ਦਬਾ ਕੇ ਰੱਖਿਆ ਗਿਆ? ਆਖਿਰਕਾਰ ਇੰਨੇ ਦਿਨ ਬਾਅਦ ਕਿਉਂ ਚੀਫ ਸੈਕਟਰੀ ਕੋਲ ਭੇਜਿਆ ਗਿਆ? 1 ਮਹੀਨੇ ਬਾਅਦ ਵੀ ਮਤਾ ਚੀਫ ਸੈਕਟਰੀ ਤੋਂ ਅੱਗੇ ਗਿਆ ਹੀ ਨਹੀਂ। ਲੋਕ ਸਭਾ ਤੇ ਰਾਜ ਸਭਾ 'ਚ ਬਿੱਲ ਪਾਸ ਹੋ ਕੇ ਕਾਨੂੰਨ ਬਣ ਗਿਆ, ਪਰ ਮਤਾ ਹਾਲੇ ਤੱਕ ਵੀ ਇੱਥੇ ਦਾ ਇੱਥੇ ਪਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਕਿਸਾਨਾਂ ਨੂੰ ਸਿਰਫ ਮੂਰਖ ਬਣਾ ਰਹੇ ਨੇ। ਵਿਧਾਨ ਸਭਾ ਵਿੱਚ ਖਿਲਾਫ ਮਤਾ ਪੇਸ਼ ਤਾਂ ਕਰਤਾ, ਪਰ ਇੱਥੇ ਹੀ ਪਿਆ ਰਿਹਾ। ਉਧਰ ਆਮ ਆਦਮੀ ਪਾਰਟੀ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਘੇਰਿਆ। ਆਪ ਪੰਜਾਬ ਦੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਵੱਲੋਂ ਦਿੱਤੇ ਬਿਆਨ ਕਿ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਇਹਨੂੰ ਗਲਤ ਦੱਸਿਆ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਜਿਹੀ ਬਿਆਨਬਾਜ਼ੀ ਕਰਕੇ ਆਪਣੇ ਪੰਜਾਬ ਪ੍ਰਤੀ ਨਾਕਾਮੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰਿੰਦਰ ਸਿੰਘ ਬਿਆਨ ਦੇ ਰਹੇ ਨੇ ਕਿ ਪੰਜਾਬ ਨੂੰ ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਵੱਡਾ ਖਤਰਾ ਹੈ, ਤਾਂ ਸੂਬੇ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਹਨਾਂ ਕੋਲ ਸਬੂਤ ਜਾਂ ਜਾਣਕਾਰੀ ਹੈ ਤਾਂ ਉਹ ਇਹ ਜਾਣਕਾਰੀ ਕੇਂਦਰ ਸਰਕਾਰ ਨਾਲ ਸਾਂਝੀ ਕਰਕੇ ਇਸ ਤੇ ਤੁਰੰਤ ਕਾਰਵਾਈ ਕਰਨ, ਤਾਂ ਕਿ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ। ਅਮਨ ਅਰੋੜਾ ਨੇ ਕਿਹਾ ਕਿ 5 ਸਾਲ ਪਹਿਲਾਂ 2017 ਦੀਆਂ ਚੋਣਾਂ ਤੋਂ ਪਹਿਲਾਂ ਮੌੜ ਬੰਬ ਧਮਾਕੇ ਨੇ ਪੂਰੀ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਸੀ, ਤੇ ਅੱਜ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੇ 4 ਸਾਲ ਬਾਅਦ ਵੀ ਪੰਜਾਬ ਦਾ ਹਰ ਇੱਕ ਵਰਗ ਆਪਣੇ ਆਪ ਨੂੰ ਠੱਗਿਆ ਤੇ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। 28 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਟਕੜ ਕਲਾਂ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਕੇਂਦਰ ਦੇ ਬਵਾਲ ਕਾਰਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ। ਇਸ ਦੇ ਲਈ ਉਹਨਾਂ ਨੇ ਪਾਕਿਸਤਾਨ ਦੀ ASI ਨੂੰ ਵੀ ਜ਼ਿੰਮੇਵਾਰ ਦੱਸਿਆ ਸੀ ਕਿ ASI ਵੀ ਕੋਈ ਨਾ ਕੋਈ ਖਰਾਬੀ ਪੰਜਾਬ ਦੇ ਵਿੱਚ ਕਰ ਸਕਦੀ ਹੈ। ਉਸ ਨੂੰ ਲੈ ਕੇ ਅਮਨ ਅਰੋੜਾ ਨੇ ਘੇਰਿਆ ਹੈਗਾ। ਹੁਣ ਗੱਲ ਕਰ ਲੈਂਦੇ ਆ ਕਾਂਗਰਸ ਦੇ ਕੇਂਦਰੀ ਲੀਡਰ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀਬਾੜੀ ਨਾਲ ਜੁੜੇ ਕਾਨੂੰਨਾਂ ਦੇ ਮੁੱਦੇ ਤੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਕਿਹਾ ਕਿ ਦੇਸ਼ ਦੇ ਭਵਿੱਖ ਲਈ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨਾ ਹੀ ਪਵੇਗਾ। ਕਿਸਾਨਾਂ ਦੇ ਨਾਲ ਡਿਜੀਟਲ ਗੱਲਬਾਤ ਕੀਤੀ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ GST ਦੀ ਤਰ੍ਹਾਂ ਇਹਨਾਂ ਕਾਨੂੰਨਾਂ ਦਾ ਉਦੇਸ਼ ਵੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਮਜ਼ੋਰ ਕਰਨਾ ਹੈ। ਇਸ ਡਿਜੀਟਲ ਸੰਵਾਦ ਦੇ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਬਿਹਾਰ ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਕਿਸਾਨਾਂ ਨੇ ਕਾਨੂੰਨਾਂ ਦੇ ਬਾਰੇ ਗੱਲ ਕੀਤੀ ਰਾਹੁਲ ਗਾਂਧੀ ਦੇ ਨਾਲ। ਤੇ ਉਧਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਾਂਗਰਸ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਬੇਅਸਰ ਕਰਨ ਦੇ ਲਈ ਕਾਨੂੰਨ ਪਾਸ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰਨ। ਪਾਰਟੀ ਦੇ ਸੰਗਠਨ ਜਨਰਲ ਸਕੱਤਰ KC ਵੇਣੂਗੋਪਾਲ ਨੇ ਬਿਆਨ ਜਾਰੀ ਕੀਤਾ ਹੈ ਕਿ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਨੂੰ ਸੰਵਿਧਾਨ ਦੀ ਧਾਰਾ 254A ਦੇ ਤਹਿਤ ਕਾਨੂੰਨ ਪਾਸ ਹੋਣ ਦੀ ਘੋਖ ਕਰਨ ਦੀ ਸਲਾਹ ਦਿੱਤੀ ਹੈ। ਵੇਣੂਗੋਪਾਲ ਨੇ ਕਿਹਾ ਕਿ ਇਹ ਧਾਰਾ ਰਾਜ ਵਿਧਾਨ ਸਭਾ ਨੂੰ ਇਹਨਾਂ ਖੇਤੀਬਾੜੀ ਵਿਰੋਧੀ ਤੇ ਰਾਜ ਕਾਨੂੰਨਾਂ 'ਚ ਦਖਲ ਦੇਣ ਵਾਲੇ ਕੇਂਦਰੀ ਕਾਨੂੰਨ ਨੂੰ ਖਤਮ ਕਰਨ ਲਈ ਕਾਨੂੰਨ ਪਾਸ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਵੇਲੇ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਅਤੇ ਪੁਡੂਚੇਰੀ 'ਚ ਕਾਂਗਰਸ ਦੀਆਂ ਸਰਕਾਰਾਂ ਨੇ। ਮਹਾਰਾਸ਼ਟਰ ਤੇ ਝਾਰਖੰਡ ਵਿੱਚ ਕਾਂਗਰਸ ਗੱਠਜੋੜ ਸਰਕਾਰ ਦਾ ਹਿੱਸਾ ਹੈ। ਵੇਣੂਗੋਪਾਲ ਨੇ ਕਿਹਾ ਕਿ ਸੂਬਿਆਂ ਦਾ ਇਹ ਕਦਮ ਖੇਤੀਬਾੜੀ ਦੇ 3 ਕਾਨੂੰਨਾਂ ਦੇ ਅਸਵੀਕਾਰਿਤ ਅਤੇ ਕਿਸਾਨ ਵਿਰੋਧੀ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰਨ ਦੀ ਆਗਿਆ ਦੇਵੇਗਾ। ਇਹਨਾਂ ਪ੍ਰਬੰਧਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਖਤਮ ਕਰਨਾ, ਖੇਤੀਬਾੜੀ ਉਤਪਾਦਨ ਮਾਰਕੀਟਿੰਗ ਕਮੇਟੀਆਂ ਯਾਨੀ ਕਿ APMC ਨੂੰ ਭੰਗ ਕਰਨ ਦੀ ਵਿਵਸਥਾ ਸ਼ਾਮਿਲ ਹੈ। ਯਾਨੀ ਕਿ ਸੂਬਿਆਂ ਦੇ ਵਿੱਚ ਹਲੇ ਇਹੋ ਜਿਹੇ ਅਧਿਕਾਰ ਹੈਗੇ ਨੇ ਜਿਹੜੇ ਆਪਣੇ ਪੱਧਰ ਤੇ ਕਾਨੂੰਨ ਪਾਸ ਕਰ ਸਕਦੇ ਨੇ ਤੇ ਇਹ ਕਾਨੂੰਨ ਉਸ ਸੂਬੇ 'ਚ ਲਾਗੂ ਨਹੀਂ ਹੋਣਗੇ। ਇਸ ਲਈ ਸੋਨੀਆ ਗਾਂਧੀ ਨੇ ਸਲਾਹ ਦਿੱਤੀ ਹੈ ਜਿਹੜੀਆਂ ਕਾਂਗਰਸ ਵਾਲੀਆਂ ਸੂਬਿਆਂ ਦੀਆਂ ਸਰਕਾਰਾਂ ਨੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੇ ਤੱਕ ਉਹੀ ਰਾਗ ਉਲਾਪਿਆ ਹੋਇਆ। ਕਹਿੰਦੇ ਜਿਹੜੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਨੂੰ ਖੁੱਲੇ ਬਾਜ਼ਾਰ ਦੇ ਵਿੱਚ ਆਪਣੀ ਉਪਜ ਵੇਚਣ ਦੀ ਆਜ਼ਾਦੀ ਮਿਲੇ। ਕਹਿੰਦੇ ਖੇਤੀ ਕਾਨੂੰਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਦੋਖੀ ਨੇ ਤੇ ਉਹ ਚਾਹੁੰਦੇ ਨੇ ਕਿ ਵਿਚੋਲੇ ਮਲਾਈ ਛਕਦੇ ਰਹਿਣ। ਉਹਨਾਂ ਕਿਹਾ ਕਿ ਕੁਝ ਲੋਕ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਇਸ ਲਈ ਵੀ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਕਾਲੀ ਕਮਾਈ ਦਾ ਇੱਕ ਹੋਰ ਰਾਹ ਬੰਦ ਹੋ ਜਾਏਗਾ।
ਅਗਲੀ ਖਬਰ ਭਵਾਨੀਗੜ੍ਹ ਨਾਭਾ ਮੁੱਖ ਮਾਰਗ ਤੇ ਟੋਲ ਪਲਾਜ਼ਾ ਮਾਝੀ ਦੇ ਪ੍ਰਬੰਧਕਾਂ ਵੱਲੋਂ ਨੌਕਰੀ ਤੋਂ ਹਟਾਏ ਵਰਕਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਧਰਨਾ ਲਾਇਆ। ਦਰਅਸਲ ਟੋਲ ਪਲਾਜ਼ਾ ਮਾਝੀ ਦੇ ਨੌਕਰੀ ਤੋਂ ਬਰਖਾਸਤ ਕੀਤੇ ਗਏ ਨੇ ਮੁਲਾਜ਼ਮ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨ ਉਹਨਾਂ ਦੀ ਹਮਾਇਤ ਦੇ ਵਿੱਚ ਆਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਕੰਪਨੀ ਪੰਜਾਬ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰਲੇ ਸੂਬਿਆਂ ਦੇ ਮੁਲਾਜ਼ਮ ਰੱਖ ਰਹੀ ਹੈ, ਜਿਹੜਾ ਕਿ ਬਹੁਤ ਗਲਤ ਹੈ। ਪੰਜਾਬ ਦੀਆਂ ਹੋਰ ਅਹਿਮ ਖਬਰਾਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਖਬਰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤੀਜਾ ਨੋਟਿਸ ਜਾਰੀ ਕਰ ਦਿੱਤਾ ਗਿਆ। ਪੰਜਾਬ ਪੁਲਿਸ ਨੇ 29 ਸਤੰਬਰ ਨੂੰ ਇਹ ਨੋਟਿਸ ਜਾਰੀ ਕੀਤਾ ਹੈ। ਮਟੌਰ ਥਾਣਾ ਦੇ ਐਸਐਚਓ ਵੱਲੋਂ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ 30 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਿੱਟ ਦੇ ਮੂਹਰੇ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸਿੱਟ ਦੇ ਮੈਂਬਰ ਨੇ ਦੱਸਿਆ ਕਿ 28 ਸਤੰਬਰ ਨੂੰ ਵੀ ਸੈਣੀ ਤੋਂ ਮਟੌਰ ਥਾਣੇ ਵਿੱਚ ਲਗਾਤਾਰ 6 ਘੰਟੇ ਪੁੱਛ ਪੜਤਾਲ ਕੀਤੀ ਗਈ ਸੀ। ਇਸ ਦੌਰਾਨ ਡੀਜੀਪੀ ਤੋਂ ਮੁਲਤਾਨੀ ਕੇਸ ਬਾਰੇ ਤਕਰੀਬਨ 200 ਤੋਂ ਵੱਧ ਸਵਾਲ ਪੁੱਛੇ ਗਏ, ਪਰ ਹਾਲੇ ਵੀ ਬਹੁਤ ਸਾਰੇ ਅਹਿਮ ਪਹਿਲੂ ਅਣਛੋਹੇ ਨੇ। ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਸੁਮੇਧ ਸੈਣੀ ਨੂੰ ਬਹਿਬਲ ਕਲਾਂ ਗੋਲੀकांड ਦੇ ਵਿੱਚ ਵੀ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ। ਇਸ ਦੇ ਭੁਲਾਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਸਵਾਗਤ ਵੀ ਕੀਤਾ ਹੈ। ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਹਿਬਲ ਕਲਾਂ ਗੋਲੀकांड ਫਾਇਰਿੰਗ ਦੀ FIR ਵਿੱਚ ਦੋਸ਼ੀ ਵਜੋਂ ਸ਼ਾਮਲ ਕੀਤੇ ਜਾਣ ਦਾ ਮੈਂ ਸਵਾਗਤ ਕਰਦਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਵੀ ਕਰਦਾ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਬਾਦਲਾਂ ਦੀ ਭੂਮਿਕਾ ਦੀ ਜਾਂਚ ਕਰਵਾ ਕੇ ਮਾਮਲੇ ਨੂੰ ਤਰਕਪੂਰਨ ਸਿੱਟੇ ਦੇ ਉੱਤੇ ਪਹੁੰਚਾਉਣ। ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਇਹ ਮੰਗ ਕੀਤੀ ਅਤੇ ਸਵਾਗਤ ਵੀ ਕੀਤਾ ਇਸ ਕਦਮ ਦਾ। ਅਗਲੀ ਖਬਰ ਪ੍ਰੀਖਿਆਵਾਂ ਦੇ ਨਾਲ ਜੁੜੀ ਹੋਈ ਹੈ। ਅਹਿਮ ਖਬਰ ਹੈ ਕਿ ਪੰਜਾਬ ਸਰਕਾਰ ਨੇ ਕੋਵਿਡ-19 ਕਰਕੇ ਸੂਬੇ ਵਿੱਚ IAS, PCS ਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਲਿਆ। ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਪਰਸੋਨਲ ਵਿਭਾਗ PCS ਸ਼ਾਖਾ ਨੇ ਇਸ ਸੰਬੰਧੀ ਇੱਕ ਚਿੱਠੀ ਜਾਰੀ ਕਰ ਦਿੱਤੀ ਹੈ, ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਸੀ ਉਹਨਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਪ੍ਰੀਖਿਆ ਮੁਲਤਵੀ ਹੋਈ ਹੈ। ਹਾਲਾਂਕਿ ਜਿਨ੍ਹਾਂ ਨੇ ਹਾਲੇ ਤੱਕ ਅਪਲਾਈ ਨਹੀਂ ਕੀਤਾ ਉਹ ਯੋਗ ਪ੍ਰਣਾਲੀ ਰਾਹੀਂ 20 ਅਕਤੂਬਰ 2020 ਤੱਕ ਅਪਲਾਈ ਕਰ ਸਕਦੇ ਨੇ। ਹੋਰ ਨਿਯਮ ਤੇ ਸ਼ਰਤਾਂ ਇਸ਼ਤਿਹਾਰ ਵਿੱਚ ਦਿੱਤੇ ਮੁਤਾਬਿਕ ਹੀ ਰਹਿਣਗੀਆਂ। ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਸੈਕਟਰ 26 ਦੇ ਵਿੱਚ ਚੰਡੀਗੜ੍ਹ ਦੇ ਵਿੱਚ 5 ਅਕਤੂਬਰ ਤੋਂ 9 ਅਕਤੂਬਰ ਤੱਕ ਹੋਣੀ ਸੀ, ਪਰ ਹੁਣ ਇਹ ਪ੍ਰੀਖਿਆ 23 ਨਵੰਬਰ ਤੋਂ 27 ਨਵੰਬਰ ਤੱਕ ਹੋਵੇਗੀ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 113ਵੇਂ ਜਨਮ ਦਿਨ ਮੌਕੇ ਹਾਕੀ ਪ੍ਰੇਮੀਆਂ ਨੂੰ ਇੱਕ ਤੋਹਫਾ ਦਿੱਤਾ ਹੈ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹਾਕੀ ਐਸਟ੍ਰੋਟਰਫ ਵਿਛਾਉਣ ਦਾ ਐਲਾਨ ਕੀਤਾ ਹੈ। ਰਾਣਾ ਸੋਢੀ ਨੇ ਦੱਸਿਆ ਕਿ ਦੇਸ਼ ਦੇ ਨੌਜਵਾਨਾਂ ਲਈ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਦੇ ਲਈ ਇਹ ਬਹੁਤ ਵੱਡਾ ਤੋਹਫਾ ਹੈ ਕਿ ਕੌਮਾਂਤਰੀ ਹਾਕੀ ਮੁਕਾਬਲਿਆਂ ਦੇ ਲਈ ਬਹੁਤ ਜ਼ਰੂਰੀ ਐਸਟ੍ਰੋਟਰਫ ਨੂੰ ਫਿਰੋਜ਼ਪੁਰ ਵਿੱਚ ਲਾਉਣ ਦਾ ਫੈਸਲਾ ਲਿਆ ਗਿਆ। ਉਹਨਾਂ ਕਿਹਾ ਕਿ 5.5 ਕਰੋੜ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਐਸਟ੍ਰੋਟਰਫ ਨਾਲ ਫਿਰੋਜ਼ਪੁਰ ਸਣੇ ਹਾਕੀ ਦੇ ਗੜ੍ਹ ਮੰਨੇ ਜਾਂਦੇ ਇਸ ਸ਼ਹਿਰ ਤੇ ਨੇੜਲੇ ਸ਼ਹਿਰਾਂ ਫਰੀਦਕੋਟ, ਮੋਗਾ ਤੇ ਤਰਨਤਾਰਨ ਨੂੰ ਵੀ ਵੱਡਾ ਫਾਇਦਾ ਹੋਵੇਗਾ। ਖੇਡ ਮੰਤਰੀ ਨੇ ਦੱਸਿਆ ਕਿ ਐਸਟ੍ਰੋਟਰਫ ਵਿਛਾਉਣ ਤੋਂ ਬਾਅਦ ਹਰ ਸਾਲ ਸ਼ਹੀਦ ਭਗਤ ਸਿੰਘ ਹਾਕੀ ਕੱਪ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਨਾਮੀ ਖਿਡਾਰੀ ਹਿੱਸਾ ਲਿਆ ਕਰਨਗੇ। ਅਗਲੀ ਖਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ ਦੇ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਿਲੇਬਸ ਬਣਾ ਕੇ ਸਕੂਲਾਂ ਨੂੰ ਭੇਜ ਦਿੱਤਾ ਹੈ ਅਤੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਨਿਰਦੇਸ਼ ਨੇ ਜਿਹੜੇ ਉਹ ਦੇ ਦਿੱਤੇ ਨੇ। ਵਿਦਿਆਰਥੀ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਲਗਨ ਤੇ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਸਕੂਲ ਵਿਭਾਗ ਨੇ ਇਸ ਪ੍ਰੋਗਰਾਮ ਵਾਸਤੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਸਿਲੇਬਸ ਤਿਆਰ ਕੀਤਾ ਹੈ। ਇਸ ਪ੍ਰੋਗਰਾਮ ਦੇ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ। 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਲਈ ਨਾਗਰਿਕ ਸ਼ਾਸਤਰ ਦੇ ਵਿਸ਼ਿਆਂ ਵਿੱਚੋਂ, ਜਦਕਿ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਰਾਜਨੀਤੀ ਸ਼ਾਸਤਰ ਵਿੱਚੋਂ ਜਿਹੜਾ ਸਿਲੇਬਸ ਹੈ ਉਹ ਦੱਸਿਆ ਗਿਆ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਰਾਲੀ ਸਾੜਨ ਵਾਲੇ ਮੁੱਦੇ ਤੇ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ 5 ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਵਾਤਾਵਰਣ ਮੰਤਰੀ ਅਤੇ ਸਕੱਤਰ ਵੀਰਵਾਰ ਨੂੰ MOEFC ਅਤੇ CPCB ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਪਰਾਲੀ ਸਾੜਨ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਤੇ ਚਰਚਾ ਕੀਤੀ ਜਾਵੇਗੀ। ਇਹਨਾਂ ਸੂਬਿਆਂ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦੇ ਨਾਲ ਕਾਫੀ ਪ੍ਰਦੂਸ਼ਿਤ ਹੋ ਜਾਂਦੇ ਨੇ। ਅਗਲੀ ਖਬਰ ਹੈ ਕਿ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਤੋਂ ਮਹਿਬੂਬਾ ਮੁਫਤੀ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਹਿਰਾਸਤ ਵਿੱਚ ਰੱਖਣ ਖਿਲਾਫ ਦਾਇਰ ਉਹਨਾਂ ਦੀ ਧੀ ਇਲਤਜ਼ਾਮ ਮੁਫਤੀ ਦੀ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ। ਸੁਪਰੀਮ ਕੋਰਟ ਨੇ ਕਿਹਾ ਕਿ PDP ਪ੍ਰਮੁੱਖ ਮਹਿਬੂਬਾ ਨੂੰ ਪਾਰਟੀ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਅਧਿਕਾਰੀਆਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਸਰਵਉੱਚ ਅਦਾਲਤ ਨੇ ਕਿਹਾ
ਕਿ ਕਿਸੇ ਨੂੰ ਹਮੇਸ਼ਾ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਕੋਈ ਵਿਚਲਾ ਰਾਹ ਲੱਭਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਲਤਜ਼ਾਮ ਮੁਫਤੀ ਅਤੇ ਉਸਦੇ ਭਰਾ ਨੂੰ ਮਹਿਬੂਬਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਯਾਨੀ ਕਿ ਮਾਂ ਦੀ ਬੱਚਿਆਂ ਨਾਲ ਮੁਲਾਕਾਤ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਪੂਰਾ 1 ਸਾਲ ਹੋ ਗਿਆ ਜੰਮੂ ਕਸ਼ਮੀਰ ਦੇ ਇਹਨਾਂ ਲੀਡਰਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਭਾਰਤ ਦੇ ਵਿੱਚ NGO ਅਤੇ ਵਿਦੇਸ਼ੀ ਫੰਡਿੰਗ ਲਈ ਮੁਸ਼ਕਿਲਾਂ ਵੱਧ ਗਈਆਂ ਨੇ। ਦਰਅਸਲ ਰਾਜ ਸਭਾ ਦੇ ਵਿੱਚ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਸੋਧ 2020 ਭਾਵ FCRA ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਨਵੇਂ ਬਿੱਲ ਵਿੱਚ ਹੁਣ ਗੈਰ ਸਰਕਾਰੀ ਸੰਸਥਾਵਾਂ NGO ਦੇ ਪ੍ਰਬੰਧਕੀ ਕੰਮ ਵਿੱਚ 50% ਵਿਦੇਸ਼ੀ ਫੰਡ ਦੀ ਬਜਾਏ ਸਿਰਫ 20% ਫੰਡ ਦੀ ਹੀ ਵਰਤੋਂ ਕੀਤੀ ਜਾ ਸਕੇਗੀ। ਇਸ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ 30% ਦੀ ਕਟੌਤੀ ਕਰ ਦਿੱਤੀ ਗਈ ਹੈ। ਹੁਣ ਇੱਕ NGO ਨੂੰ ਹਾਸਲ ਹੋਣ ਵਾਲੀ ਗ੍ਰਾਂਟ ਨੂੰ ਦੂਸਰੀਆਂ ਗੈਰ ਸਰਕਾਰੀ ਸੰਸਥਾਵਾਂ ਨਾਲ ਸਾਂਝਾ ਵੀ ਨਹੀਂ ਕੀਤਾ ਜਾ ਸਕੇਗਾ ਤੇ NGO ਨੂੰ ਮਿਲਣ ਵਾਲੇ ਵਿਦੇਸ਼ੀ ਫੰਡ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਨਵੀਂ ਦਿੱਲੀ ਸਥਿਤ ਸ਼ਾਖਾ ਵਿੱਚ ਹੀ ਪ੍ਰਾਪਤ ਕੀਤਾ ਜਾ ਸਕੇਗਾ। ਅਜਿਹੇ ਹੋਰ ਨਵੇਂ ਨਿਯਮਾਂ ਸਮੇਤ ਇੱਕ ਨਵੇਂ FCRA ਸੋਧ ਬਿੱਲ ਨੂੰ ਪੇਸ਼ ਕੀਤਾ ਗਿਆ ਹੈ। ਇਹ ਨਵਾਂ ਬਿੱਲ ਦੇਸ਼ ਭਰ ਵਿੱਚ ਕਾਰਜਸ਼ੀਲ ਸਾਰੀਆਂ ਹੀ NGOs ਦੇ ਲਈ ਵੱਡੀ ਮੁਸ਼ਕਿਲ ਖੜੀ ਕਰ ਸਕਦਾ ਹੈ। ਖਾਸ ਕਰਕੇ ਛੋਟੀਆਂ ਗੈਰ ਸਰਕਾਰੀ ਸੰਸਥਾਵਾਂ ਹੁਣ ਲਗਭਗ ਖਤਮ ਹੋ ਜਾਣਗੀਆਂ। ਇਹ ਸੰਸਥਾਵਾਂ ਸਮਾਜ ਵਿੱਚ ਬਦਲਾਅ ਲਿਆਉਣ ਲਈ ਕੰਮ ਕਰਦੀਆਂ ਨੇ, ਪਰ ਸਿਵਲ ਸੁਸਾਇਟੀ ਦੇ ਲੋਕ ਕਹਿੰਦੇ ਨੇ ਕਿ ਨਵੇਂ ਨਿਯਮ ਇਹਨਾਂ ਸੰਸਥਾਵਾਂ ਨੂੰ ਵਧੇਰੇ ਮਜ਼ਬੂਤ ਕਰਨ ਦੀ ਬਜਾਏ ਕਮਜ਼ੋਰ ਕਰ ਰਹੇ ਨੇ, ਜਿਸ ਕਰਕੇ ਭਾਰਤ ਵਿੱਚ NGOs ਦੇ ਲਈ ਅਸਹਿਜ ਮਾਹੌਲ ਬਣਦਾ ਜਾ ਰਿਹਾ ਹੈ। ਸਰਕਾਰ ਨੇ ਇਸ ਬਿੱਲ ਨੂੰ ਸਦਨ 'ਚ ਪੇਸ਼ ਕਰਦਿਆਂ ਕਿਹਾ ਸੀ ਕਿ ਵਿਦੇਸ਼ਾਂ ਤੋਂ ਮਿਲਣ ਵਾਲੇ ਫੰਡ ਨੂੰ ਰੈਗੂਲੇਟ ਕੀਤਾ ਜਾਣਾ ਚਾਹੀਦਾ ਤਾਂ ਜੋ ਇਹ ਫੰਡ ਕਿਸੇ ਵੀ ਸਥਿਤੀ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ 'ਚ ਵਰਤੇ ਨਾ ਜਾ ਸਕਣ। ਇਸ ਕਾਨੂੰਨ ਨੂੰ ਬਣਾਉਣ ਪਿੱਛੇ ਸਰਕਾਰ ਦਾ ਮਕਸਦ ਵਿਦੇਸ਼ੀ ਫੰਡਾਂ ਉੱਤੇ ਪਾਬੰਦੀ, ਵਿਦੇਸ਼ੀ ਫੰਡ ਦੇ ਟ੍ਰਾਂਸਫਰ ਅਤੇ FCRA ਖਾਤੇ ਖੋਲ੍ਹਣ ਲਈ ਸਪਸ਼ਟ ਨਿਯਮ ਤੇ ਆਧਾਰ ਨੰਬਰ ਦੇਣਾ ਲਾਜ਼ਮੀ ਕਰਨਾ ਹੈ। ਅਗਲੀ ਖਬਰ ਵੀ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੀ ਹੋਈ ਹੈ। ਇੱਕ ਵੱਡੀ ਸੰਸਥਾ ਦੇ ਨਾਲ ਜੁੜੀ ਹੋਈ ਹੈ ਜਿਹੜੀ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀ ਹੈ। ਦਰਅਸਲ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਆਪਣਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਹਾਲ ਹੀ ਵਿੱਚ ED ਵੱਲੋਂ ਸੰਸਥਾ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਲਿਆ ਗਿਆ। ED ਨੇ ਇੱਕ ਹੋਰ ਜਾਂਚ ਏਜੰਸੀ CBI ਵੱਲੋਂ ਪਿਛਲੇ ਸਾਲ ਦਰਜ ਕੀਤੀ ਗਈ FIR ਤੋਂ ਬਾਅਦ ਵੱਖਰੀ ਜਾਂਚ ਸ਼ੁਰੂ ਕੀਤੀ ਸੀ। ਐਮਨੈਸਟੀ ਉੱਤੇ ਵਿਦੇਸ਼ੀ ਚੰਦਾ ਲੈਣ ਬਾਰੇ FCRA ਕਾਨੂੰਨ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਇੱਕ ਬਿਆਨ ਵਿੱਚ ਐਮਨੈਸਟੀ ਨੇ ਆਪਣਾ ਕੰਮ ਬੰਦ ਕਰਨ ਲਈ ਸਰਕਾਰ ਦੀ ਬਦਲੇ ਦੀ ਕਾਰਵਾਈ ਨੂੰ ਜ਼ਿੰਮੇਵਾਰ ਦੱਸਿਆ। ਐਮਨੈਸਟੀ ਨੇ ਕਿਹਾ ਕਿ 10 ਸਤੰਬਰ ਨੂੰ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੂੰ ਪਤਾ ਲੱਗਿਆ ਕਿ ED ਨੇ ਉਸਦੇ ਸਾਰੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ, ਜਿਸ ਕਾਰਨ ਮਨੁੱਖੀ ਅਧਿਕਾਰ ਸੰਸਥਾ ਦੇ ਬਹੁਤੇ ਕੰਮ ਠੱਪ ਹੋ ਗਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਨੁੱਖੀ ਅਧਿਕਾਰ ਜਥੇਬੰਦੀਆਂ ਵਿਰੁੱਧ ਭਾਰਤ ਸਰਕਾਰ ਵੱਲੋਂ ਬੇਬੁਨਿਆਦ ਅਤੇ ਖਾਸ ਮਕਸਦ ਤੋਂ ਲਾਏ ਗਏ ਇਲਜ਼ਾਮਾਂ ਦੇ ਆਧਾਰ ਉੱਤੇ ਚਲਾਈ ਜਾ ਰਹੀ ਮੁਹਿੰਮ ਦੀ ਇੱਕ ਤਾਜ਼ਾ ਕੜੀ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਇਸ ਤੋਂ ਪਹਿਲਾਂ ਸਾਲ 2009 ਦੇ ਵਿੱਚ ਵੀ ਭਾਰਤ ਵਿੱਚ ਆਪਣਾ ਕੰਮ ਬੰਦ ਕਰ ਦਿੱਤਾ ਸੀ। ਉਸ ਵੇਲੇ ਸੰਸਥਾ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਚੰਦਾ ਇਕੱਠਾ ਕਰਨ ਲਈ ਉਸ ਦਾ ਲਾਇਸੈਂਸ ਵਾਰ-ਵਾਰ ਰੱਦ ਕੀਤਾ ਜਾ ਰਿਹਾ ਹੈ। ਉਸ ਵਕਤ ਭਾਰਤ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਦੀ ਸਰਕਾਰ ਸੀ। ਅਗਲੀ ਖਬਰ ਹੈ ਕਿ ਸੁਪਰੀਮ ਕੋਰਟ ਵਿੱਚ ਲੋਨ ਮੋਰੇਟੋਰੀਅਮ ਦੀ ਮਿਆਦ ਮਾਮਲੇ ਵਿੱਚ ਸੁਣਵਾਈ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਹੋਰ ਸਮਾਂ ਮੰਗਿਆ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਣਵਾਈ 5 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ ਖਬਰਾਂ ਮਿਲ ਰਹੀਆਂ ਨੇ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ 1 ਅਕਤੂਬਰ ਤੱਕ ਅਦਾਲਤ ਵਿੱਚ ਹਲਫਨਾਮਾ ਦਾਇਰ ਕਰ ਸਕਦੀ ਹੈ। ਕੇਂਦਰ ਨੇ ਕਿਹਾ ਸੀ ਕਿ ਰਿਜ਼ਰਵ ਬੈਂਕ ਦੇ ਮੌਜੂਦਾ ਨਿਯਮ ਮੋਰੇਟੋਰੀਅਮ ਦੀ ਮਿਆਦ 2 ਸਾਲਾਂ ਲਈ ਵਧਾਉਣ ਦੀ ਇਜਾਜ਼ਤ ਦਿੰਦੇ ਨੇ। ਅਗਲੀ ਖਬਰ ਹੈ ਕਿ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਭਾਰਤ ਦਾ ਨਾਅਰਾ ਬੁਲੰਦ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਰੱਖਿਆ ਖਰੀਦ ਦੀ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਫੈਸਲੇ ਨਾਲ ਮੇਕ ਇਨ ਇੰਡੀਆ ਅਤੇ ਆਤਮ ਨਿਰਭਰ ਭਾਰਤ ਦਾ ਸੁਪਨਾ ਬਿਹਤਰ ਤਰੀਕੇ ਨਾਲ ਸਾਕਾਰ ਹੋ ਸਕੇਗਾ। ਨਵੀਂ ਰੱਖਿਆ ਖਰੀਦ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕਰਦੇ ਹੋਏ ਹਥਿਆਰਾਂ ਅਤੇ ਹੋਰ ਫੌਜੀ ਸਮਾਨ ਨੂੰ ਕਿਰਾਏ ਯਾਨੀ ਕਿ ਲੀਜ਼ ਤੇ ਲੈਣ ਦਾ ਵਿਕਲਪ ਹੈ ਉਹ ਖੋਲ੍ਹ ਦਿੱਤਾ ਗਿਆ। ਇਸ ਬਦਲਾਅ ਤੋਂ ਬਾਅਦ ਹੁਣ ਲੜਾਕੂ ਹੈਲੀਕਾਪਟਰ, ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ, ਨੌ ਸੈਨਿਕ ਜਹਾਜ਼ਾਂ ਨੂੰ ਦੇਸ਼ ਵਿਦੇਸ਼ ਤੋਂ ਵੀ ਕਿਰਾਏ ਦੇ ਉੱਤੇ ਲੈਣ ਦਾ ਰਾਹ ਖੁੱਲ੍ਹ ਗਿਆ। ਵੱਡੇ ਰੱਖਿਆ ਸੌਦਿਆਂ ਵਿੱਚ ਆਫਸੈਟ ਕੰਟਰੈਕਟ ਦੀ ਜਿਹੜੀ ਬੈਨ ਸੀ ਉਹਨੂੰ ਵੀ ਲਗਭਗ ਖਤਮ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੀ ਦਲੀਲ ਹੈ ਕਿ ਰੱਖਿਆ ਸੌਦੇ ਵਿੱਚ ਆਫਸੈਟ ਕਲੌਜ਼ ਕਾਰਨ ਰੱਖਿਆ ਨਾਲ ਸੰਬੰਧਿਤ ਕਿਸੇ ਵੀ ਸਮੱਗਰੀ ਦੀ ਖਰੀਦ ਦੇ ਲਈ ਭਾਰਤ ਨੂੰ ਜ਼ਿਆਦਾ ਪੈਸੇ ਚੁਕਾਉਣੇ ਪੈਂਦੇ ਸੀ। ਹੁਣ ਇਸ ਦੀ ਕੀਮਤ ਘੱਟ ਹੋ ਜਾਏਗੀ। ਅਗਲੀ ਖਬਰ ਹੈ ਕਿ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ RKS ਭਦੌਰੀਆ ਨੇ ਕਿਹਾ ਕਿ ਦੇਸ਼ ਦੀ ਉੱਤਰੀ ਸਰਹੱਦ ਉੱਤੇ ਮੌਜੂਦਾ ਸੁਰੱਖਿਆ ਹਾਲਾਤ ਨਾ ਤਣਾਅਪੂਰਨ ਹਨ, ਪਰ ਹਾਲਤ ਨਾ ਜੰਗ ਵਾਲੇ ਹਨ ਤੇ ਨਾ ਹੀ ਸ਼ਾਂਤੀ ਵਾਲੇ। ਉਹਨਾਂ ਕਿਹਾ ਕਿ ਭਾਰਤੀ ਫੌਜਾਂ ਕਿਸੇ ਵੀ ਸੰਭਾਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਨੇ ਤੇ ਕਿਸੇ ਵੀ ਹਿਮਾਕਤ ਦਾ ਅਸੀਂ ਠੋਕਵਾਂ ਜਵਾਬ ਦੇਵਾਂਗੇ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੇਖਾ ਦੇ ਨੇੜਲੇ ਮਨਕੋਟ ਸੈਕਟਰ ਦੇ ਵਿੱਚ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ। ਜਾਣਕਾਰੀ ਮੁਤਾਬਿਕ ਭਾਰਤੀ ਫੌਜ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ। ਪਾਕਿਸਤਾਨ ਨੇ ਗੋਲੀਬਾਰੀ ਹੈ ਜਿਹੜੀ ਬਗੈਰ ਕਿਸੇ ਭੜਕਾਹਟ ਤੋਂ ਤੜਕੇ 4:30 ਵਜੇ ਸ਼ੁਰੂ ਕੀਤੀ। ਇਸ ਗੋਲੀਬਾਰੀ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ।
ਅਗਲੀ ਖਬਰ ਉੱਤਰ ਪ੍ਰਦੇਸ਼ ਤੋਂ ਹੈ, ਜਿੱਥੇ ਹਾਥਰਸ ਦੇ ਵਿੱਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ 19 ਸਾਲਾਂ ਦੀ ਦਲਿਤ ਲੜਕੀ ਦੀ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਵਿੱਚ ਮੌਤ ਹੋ ਗਈ। ਹਾਥਰਾਸ ਦੇ ਐਸਪੀ ਸੁਪਰਡੈਂਟ ਵਿਕਰਾਂਤ ਵੀਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੜਕੀ ਦੀ ਮੰਗਲਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਘਟਨਾ ਦੇ ਸੰਬੰਧ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹ 'ਚ ਬੰਦ 4 ਮੁਲਜ਼ਮਾਂ ਖਿਲਾਫ ਧਾਰਾ 302 ਵੀ ਸ਼ਾਮਲ ਕੀਤੀ ਜਾਏਗੀ, ਯਾਨੀ ਕਿ ਕਤਲ ਦੀ ਧਾਰਾ ਸ਼ਾਮਲ ਕੀਤੀ ਜਾਏਗੀ। ਦਰਅਸਲ 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚਾਂਦਪਾ ਥਾਣਾ ਖੇਤਰ ਦੇ ਪਿੰਡ ਵਿੱਚ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪਰ ਜੇ ਇਸ ਕੇਸ ਦੇ ਵਿੱਚ ਮੀਡੀਆ ਦੀ ਭੂਮਿਕਾ ਦੀ ਗੱਲ ਕਰ ਲਈਏ ਤਾਂ ਮੀਡੀਆ ਇਸ ਮਸਲੇ ਦੇ ਉੱਤੇ ਚੁੱਪ ਹੈ, ਕਿਉਂਕਿ ਉਸ ਦੀ ਬੜੀ ਹੀ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਹੈ। ਕਿਉਂਕਿ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ ਗਿਆ, ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸਦੇ ਗੁਪਤ ਅੰਗ ਨੂੰ ਸਾੜ ਦਿੱਤਾ ਗਿਆ ਅਤੇ ਲੜਕੀ ਦੀ ਜੀਭ ਵੀ ਕੱਟ ਦਿੱਤੀ ਗਈ ਸੀ। ਜੇ ਇਹੀ ਕੁੜੀ ਕਿਸੇ ਦਲਿਤ ਦੀ ਨਾ ਹੋ ਕੇ ਕਿਸੇ ਮੰਤਰੀ ਦੀ ਹੁੰਦੀ, ਪਹਿਲੀ ਗੱਲ ਤਾਂ ਮੰਤਰੀਆਂ ਸੰਤਰੀਆਂ ਦੀਆਂ ਕੁੜੀਆਂ ਨਾਲ ਇਹੋ ਜਿਹੀਆਂ ਘਟਨਾਵਾਂ ਕਦੇ ਸਾਹਮਣੇ ਨਹੀਂ ਆਈਆਂ। ਜੇ ਉਹਨਾਂ ਦੀ ਹੁੰਦੀ ਵੀ ਤਾਂ ਪੂਰੇ ਮੀਡੀਆ ਨੇ ਚੀਖ ਚਿੱਲਾ ਕੇ ਦੇਸ਼ ਨੂੰ ਕਮਲਾ ਕਰ ਦੇਣਾ ਸੀ, ਪਰ ਹੁਣ ਕਿਤੇ ਵੀ ਇਹ ਗੱਲ ਹੈ ਜਿਹੜੀ ਨਹੀਂ ਚੁੱਕੀ ਗਈ। ਦੁਨੀਆ ਭਰ ਦੀਆਂ ਖਬਰਾਂ ਦੇ ਵਿੱਚ ਚੀਨ ਤੇ ਭਾਰਤ ਦੀ ਗੱਲ ਕਰਾਂਗੇ। ਲੱਦਾਖ ਮਸਲੇ ਤੇ ਭਾਰਤ ਦਾ ਗੈਰ ਕਾਨੂੰਨੀ ਕਬਜ਼ਾ ਹੈ, ਇਹ ਚੀਨ ਨੇ ਕਿਹਾ। ਦਰਅਸਲ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤ ਵੱਲੋਂ ਸਥਾਪਿਤ ਕੀਤੇ ਗਏ ਕਥਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਮਾਨਤਾ ਨਹੀਂ ਦਿੰਦਾ। ਭਾਰਤ ਨੇ ਚੀਨ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਲੱਦਾਖ ਦੇ ਉੱਤੇ ਭਾਰਤ ਦਾ ਗੈਰ ਕਾਨੂੰਨੀ ਕਬਜ਼ਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਭਾਰਤ ਚੀਨ ਅਸਲ ਕੰਟਰੋਲ ਰੇਖਾ ਦੇ ਬਾਰੇ ਵਿੱਚ ਚੀਨ ਦੇ ਇੱਕ ਬੁਲਾਰੇ ਦੇ ਹਵਾਲੇ ਤੋਂ ਆਈ ਰਿਪੋਰਟ ਦੇਖੀ ਹੈ। ਭਾਰਤ ਨੇ ਕਦੇ ਵੀ ਇੱਕ ਤਰਫਾ ਕਾਰਵਾਈ ਦੇ ਤਹਿਤ 1959 ਵਿੱਚ ਬਣਾਈ ਗਈ LAC ਨੂੰ ਸਵੀਕਾਰ ਨਹੀਂ ਕੀਤਾ। ਸਾਡੀ ਇਹ ਸਥਿਤੀ ਹਮੇਸ਼ਾ ਤੋਂ ਰਹੀ ਹੈ ਅਤੇ ਚੀਨ ਸਮੇਤ ਸਾਰਿਆਂ ਨੂੰ ਇਸ ਬਾਰੇ ਪਤਾ ਹੈ। ਭਾਰਤ ਨੇ ਵੀ ਕਿਹਾ ਕਿ 2003 ਵਿੱਚ ਦੋਵੇਂ ਪਾਸਿਆਂ ਤੋਂ LAC ਦੇ ਨਿਰਮਾਣ ਦੀ ਦਿਸ਼ਾ ਵਿੱਚ ਕੋਸ਼ਿਸ਼ ਹੁੰਦੀ ਰਹੀ, ਲੇਕਿਨ ਇਸ ਤੋਂ ਬਾਅਦ ਚੀਨ ਨੇ ਇਸ ਵਿੱਚ ਦਿਲਚਸਪੀ ਦਿਖਾਉਣੀ ਬੰਦ ਕਰ ਦਿੱਤੀ ਸੀ, ਲਿਹਾਜ਼ਾ ਇਹ ਪ੍ਰਕਿਰਿਆ ਰੁਕ ਗਈ। ਇਸ ਲਈ ਹੁਣ ਚੀਨ ਦਾ ਇਸ ਗੱਲ ਤੇ ਜ਼ੋਰ ਦੇਣਾ ਕਿ ਕੇਵਲ ਇੱਕ ਹੀ LAC ਹੈ, ਇਹ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਸ ਦੀ ਉਲੰਘਣਾ ਹੈ। ਚੀਨ ਦੇ ਅਖਬਾਰ ਗਲੋਬਲ ਟਾਈਮਸ ਦੇ ਮੁਤਾਬਿਕ ਭਾਰਤ ਸਰਹੱਦ ਨਾਲ ਲੱਗੇ ਇਲਾਕਿਆਂ ਵਿੱਚ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ। ਇਸ ਨਾਲ ਜੁੜੇ ਸਵਾਲ ਤੇ ਵਾਂਗ ਵੇਨਬਿਨ ਨੇ ਕਿਹਾ ਕਿ ਚੀਨ ਵਿਵਾਦਿਤ ਸਰਹੱਦੀ ਇਲਾਕਿਆਂ ਵਿੱਚ ਸੈਨਾ ਨਿਯੰਤਰਣ ਦੇ ਇਰਾਦੇ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਦਾ ਵਿਰੋਧ ਕਰਦਾ ਹੈ। ਅਗਲੀ ਖਬਰ ਵੀ ਚੀਨ ਤੋਂ ਹੈ, ਜਿੱਥੇ ਚੀਨ ਦੇ ਇੱਕ ਕਲਾਕਾਰ ਤੇ ਫਿਲਮ ਨਿਰਮਾਤਾ ਆਈ ਵੇਈ ਦਾ ਕਹਿਣਾ ਕਿ ਚੀਨ ਦਾ ਵਿਸ਼ਵ ਪੱਧਰ ਤੇ ਪ੍ਰਭਾਵ ਇੰਨਾ ਵੱਧ ਚੁੱਕਿਆ ਕਿ ਹੁਣ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਵੇਈ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਅਸਲ ਦੇ ਵਿੱਚ ਦਹਾਕਿਆਂ ਪਹਿਲਾਂ ਚੀਨ ਦੇ ਬਾਰੇ ਚਿੰਤਤ ਹੋਣਾ ਚਾਹੀਦਾ ਸੀ। ਹੁਣ ਤਾਂ ਬਹੁਤ ਦੇਰ ਹੋ ਚੁੱਕੀ ਹੈ, ਕਿਉਂਕਿ ਚੀਨ ਨੂੰ ਲੈ ਕੇ ਪੱਛਮ ਦੀ ਨਿਰਭਰਤਾ ਇੰਨੀ ਵੱਧ ਗਈ ਹੈ ਕਿ ਇਸ ਨੂੰ ਘੱਟ ਕਰਨ ਨਾਲ ਚੀਨ ਨੂੰ ਕਾਫੀ ਤਕਲੀਫ ਹੋਵੇਗੀ ਤੇ ਇਹੀ ਕਾਰਨ ਹੈ ਕਿ ਚੀਨ ਦੀ ਨਾਰਾਜ਼ਗੀ ਵੀ ਵਧੀ ਹੈ। ਵੇਈ ਚੀਨ ਦੀ ਸਰਕਾਰ ਦੇ ਮੁੱਖ ਆਲੋਚਕ ਰਹੇ ਨੇ। ਉਹ ਕਹਿੰਦੇ ਨੇ ਕਿ ਇਹ ਇੱਕ ਪੁਲਸੀਆ ਸਟੇਟ ਹੈ। ਚੀਨ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਵੇਈ ਦਾ ਨਾਮ ਬੀਜਿੰਗ ਓਲੰਪਿਕਸ ਦੇ ਵਿੱਚ ਬਰਡਸ ਨੈਸਟ ਸਟੇਡੀਅਮ ਦੀ ਡਿਜ਼ਾਈਨਿੰਗ ਕਰਨ ਦੇ ਲਈ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਆਇਆ ਸੀ। ਵੇਈ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਚੀਨ ਆਪਣੇ ਸਿਆਸੀ ਪ੍ਰਭਾਵ ਨੂੰ ਲਾਗੂ ਕਰਨ ਲਈ ਆਪਣੀ ਆਰਥਿਕ ਸਮਰੱਥਾ ਦੀ ਵਰਤੋਂ ਕਰਦਾ ਹੈ, ਇਸੇ ਕਰਕੇ ਇਹ ਦੁਨੀਆ ਦੇ ਉੱਤੇ ਆਪਣਾ ਦਬਦਬਾ ਬਣਾਉਂਦਾ ਹੈ। ਅਗਲੀ ਖਬਰ ਹੈ ਕਿ ਅਡਾਨੀ ਦੀ ਕੰਪਨੀ ਨਾਲ ਆਸਟ੍ਰੇਲੀਆ ਦੇ ਵਿੱਚ ਇੰਨਾ ਵਿਵਾਦ ਕਿਉਂ ਹੈ। ਅਡਾਨੀ ਦੀ ਕੰਪਨੀ ਨੇ ਬੇਨ ਪੇਨਿੰਗਸ ਨਾਮ ਦੇ ਵਿਅਕਤੀ ਖਿਲਾਫ ਆਪਣੇ ਕਾਰੋਬਾਰ ਤੇ ਇਸ ਦੇ ਨਾਲ ਜੁੜੇ ਠੇਕੇਦਾਰਾਂ ਨੂੰ ਲਗਾਤਾਰ ਧਮਕਾਉਣ ਦਾ ਕੇਸ ਦਰਜ ਕੀਤਾ ਹੈ। ਕੰਪਨੀ ਤੇ ਬੇਨ ਦੇ ਵਿਚਾਲੇ ਇਹ ਟਕਰਾਅ ਉੱਤਰੀ ਗੈਲੀਲੀ ਬੇਸਨ ਦੀ ਕਾਰਮੀਕਲ ਖਾਨ ਦੇ ਬਾਰੇ ਹੈ। ਇਹ ਆਸਟ੍ਰੇਲੀਆ ਦੇ ਕੁਈਨਸਲੈਂਡ ਸੂਬੇ ਵਿੱਚ ਬ੍ਰਿਸਬੇਨ ਤੋਂ ਉੱਤਰ ਪੱਛਮ ਦੇ ਵਿੱਚ ਲਗਭਗ 1200 ਕਿਲੋਮੀਟਰ ਦੂਰੀ ਤੇ ਸਥਿਤ ਹੈ। ਕੰਪਨੀ ਕੋਲਾ ਭਾਰਤ ਭੇਜਣਾ ਚਾਹੁੰਦੀ ਹੈ, ਪਰ ਇਸ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਕਾਫੀ ਵਿਰੋਧ ਹੋ ਰਿਹਾ। ਹਾਲਾਤ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਿਵਾਦਪੂਰਨ ਪ੍ਰੋਜੈਕਟ ਬਣ ਗਿਆ। ਇਸ ਪ੍ਰੋਜੈਕਟ ਦਾ ਵਿਰੋਧ ਕਰਨ ਵਾਲੇ ਡਰਦੇ ਨੇ ਕਿ ਇਸ ਤੋਂ ਹੋਣ ਵਾਲਾ ਪ੍ਰਦੂਸ਼ਣ, ਉਦਯੋਗੀਕਰਨ ਤੇ ਸਮੁੰਦਰੀ ਜਹਾਜ਼ਾਂ ਦੇ ਬਹੁਤ ਜ਼ਿਆਦਾ ਆਉਣ ਨਾਲ ਆਸਟ੍ਰੇਲੀਆ ਦੀ ਗ੍ਰੇਟ ਬੈਰੀਅਰ ਰੀਫ ਨੂੰ ਨੁਕਸਾਨ ਪਹੁੰਚੂਗਾ, ਜੋ ਕਿ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਸ਼ਾਮਿਲ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਪਿਛਲੇ ਸਾਲ ਭਾਰੀ ਵਿਰੋਧ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਇਹ ਕੋਲਾ ਖਾਨ ਮੌਸਮ ਵਿੱਚ ਤਬਦੀਲੀ ਅਤੇ ਊਰਜਾ ਨੀਤੀ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਮਤਭੇਦਾਂ ਦਾ ਪ੍ਰਤੀਕ ਬਣ ਗਿਆ। ਇਸ ਦਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਖਾਣਾਂ ਵਿੱਚੋਂ ਇੱਕ ਬਣਨਾ ਤੈਅ ਹੈ।
ਤੇ ਪੈਨਿੰਗਸ ਵਿਰੋਧ ਕਰ ਰਹੇ ਸਮੂਹ ਗੈਲੀਲੀ ਬਲਾਕੇਜ ਦੇ ਇੱਕ ਬੁਲਾਰੇ ਸੀ, ਜਿਸ ਨੇ ਅਡਾਨੀ, ਇਹਦੇ ਸਪਲਾਇਰਸ ਤੇ ਨਿੱਜੀ ਠੇਕੇਦਾਰਾਂ ਦੇ ਕੰਮ ਨੂੰ ਰੋਕਣ ਦੇ ਲਈ ਅੰਦੋਲਨ ਵੀ ਚਲਾ ਰੱਖਿਆ। ਆਸਟ੍ਰੇਲੀਆ ਦੇ ਵਿੱਚ ਇਹ ਗਰੁੱਪ ਬਹੁਰਾਸ਼ਟਰੀ ਖਨਨ ਕੰਪਨੀਆਂ ਨੂੰ ਅਜਿਹੇ ਪ੍ਰੋਜੈਕਟਾਂ ਤੇ ਹੋਰ ਫਰਮਾਂ ਦਾ ਵੀ ਵਿਰੋਧ ਕਰਦਾ ਹੈ। ਪੈਨਿੰਗਸ ਖੁੱਲ੍ਹ ਕੇ ਕਾਨੂੰਨ ਦੀ ਉਲੰਘਣਾ ਦੇ ਜ਼ਰੀਏ ਵਿਰੋਧ ਦੇ ਦਾਇਰੇ ਨੂੰ ਹੋਰ ਅੱਗੇ ਵਧਾਉਣ ਦੀ ਵਕਾਲਤ ਕਰਦਾ ਹੈ। ਵਿਸ਼ਵ ਦੀਆਂ ਖਬਰਾਂ ਦੇ ਵਿੱਚ ਅਗਲੀ ਖਬਰ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਸਿਹਤ ਜਥੇਬੰਦੀ ਦਾ ਕਹਿਣਾ ਹੈ ਕਿ ਕੋਵਿਡ-19 ਦੀ ਪਛਾਣ ਕਰਨ ਵਾਲਾ ਇੱਕ ਨਵਾਂ ਟੈਸਟ ਗਰੀਬ ਤੇ ਆਮ ਆਮਦਨ ਵਾਲੇ ਦੇਸ਼ਾਂ ਦੇ ਵਿੱਚ ਲਾਗ ਦੀ ਪਛਾਣ ਕਰਨ ਦੀ ਯੋਗਤਾ ਨੂੰ ਬਹੁਤ ਜਲਦੀ ਵਧਾ ਸਕਦਾ ਹੈ, ਯਾਨੀ ਕਿ ਮਿੰਟਾਂ ਦੇ ਵਿੱਚ ਟੈਸਟ ਦੇ ਨਤੀਜੇ ਆਉਣਗੇ। ਵਿਸ਼ਵ ਸਿਹਤ ਸੰਸਥਾ ਨੇ ਇਹ ਬਿਆਨ ਉਸ ਵਕਤ ਦਿੱਤਾ ਜਦੋਂ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 1 ਮਿਲੀਅਨ ਪਾਰ ਕਰ ਗਈ ਹੈ, ਯਾਨੀ ਕਿ 10 ਲੱਖ ਤੋਂ ਵੱਧ ਹੋ ਗਈ ਹੈ। ਤੇ ਇਸ ਦੌਰਾਨ ਵਿਸ਼ਵ ਸਿਹਤ ਸੰਸਥਾ ਨੇ ਇੱਕ ਨਵੇਂ ਟੈਸਟ ਬਾਰੇ ਗੱਲ ਕੀਤੀ ਹੈ। ਇਸ ਟੈਸਟ ਦੀ ਕੀਮਤ ਸਿਰਫ $5 ਰੱਖੀ ਗਈ ਹੈ। ਇਸ ਨਾਲ ਉਹਨਾਂ ਦੇਸ਼ਾਂ ਨੂੰ ਲਾਭ ਹੋ ਸਕਦਾ ਹੈ ਜਿੱਥੇ ਸਿਹਤ ਕਰਮਚਾਰੀਆਂ ਦੀ ਘਾਟ ਹੈ ਤੇ ਲੈਬਾਂ ਵੀ ਘੱਟ ਨੇ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜੁਟ ਕੇ ਸਾਥ ਦਿਓ। ਧੰਨਵਾਦ।